ਟੋਨੀ ਕਾਫੀ ਸਮੇਂ ਤੋਂ ਆਪਣੇ ਕੰਮ ਵਿੱਚ ਉਲਝਿਆ ਹੋਇਆ ਸੀ। ਜਿਸ ਦੁਕਾਨ ਵਿੱਚ ਉਹ ਡਿਜੀਟਲ ਟੈਕਨੋਲੋਜੀ ਸਥਾਪਿਤ ਕਰ ਰਿਹਾ ਸੀ, ਇਹ ਕੰਮ ਬਹੁਤ ਜ਼ਿੰਮੇਵਾਰੀ ਵਾਲਾ ਸੀ। ਉਸ ਨੂੰ ਪਹਿਲਾਂ ਸਾਰੀ ਯੋਜਨਾ ਤਿਆਰ ਕਰਨੀ ਪਈ, ਉਸ ਤੋਂ ਬਾਅਦ ਉਸ ਨੂੰ ਸਭ ਕੁਝ ਬਰਡ ਨਾਲ ਸਾਂਝਾ ਕਰਨਾ ਪਿਆ ਤੇ ਫਿਰ ਲੋੜ ਅਨੁਸਾਰ ਤਬਦੀਲੀਆਂ ਕਰਨੀਆਂ ਪਈਆਂ ਸਨ। ਹੁਣ ਬਹੁਤਾ ਕੰਮ ਟੈਕਨੀਸ਼ੀਅਨਾਂ ਦਾ ਸੀ। ਟੋਨੀ ਉਹਨਾਂ ਨੂੰ ਪ੍ਰਿੰਟ ਕੱਢ ਕੇ ਦਿੰਦਾ ਕਿ ਉਹਨਾਂ ਨੇ ਕੀ ਕਰਨਾ ਸੀ, ਉਹ ਆਪਣਾ ਕੰਮ ਕਰੀ ਜਾਂਦੇ। ਟੋਨੀ ਨੇ ਦੁਕਾਨ ਦੇ ਇੱਕ ਕਮਰੇ ਨੂੰ ਆਪਣਾ ਦਫ਼ਤਰ ਬਣਾ ਲਿਆ ਸੀ, ਜਿੱਥੇ ਉਹ ਆਪਣਾ ਕੰਮ ਵੀ ਕਰਦਾ ਰਹਿੰਦਾ ਤੇ ਜੇ ਟੈਕਨੀਸ਼ੀਅਨਾਂ ਨੇ ਕੁਝ ਪੁੱਛ-ਦੱਸ ਕਰਨੀ ਹੁੰਦੀ ਤਾਂ ਉਹਨਾਂ ਦੀ ਮਦਦ ਵੀ ਕਰ ਦਿੰਦਾ। ਬਹੁਤ ਦਿਨਾਂ ਤੋਂ ਕੈਲੀ ਨੂੰ ਮਿਲ ਨਹੀਂ ਸੀ ਸਕਿਆ। ਹੈਲੋ ਕੈਲੀ, ਅੱਜ ਕੀ ਕਰ ਰਹੀ ਹੈ ਸ਼ਾਮ ਨੂੰ? ਇੱਕ ਦਿਨ 4 ਵਜੇ ਉਸਨੇ ਟੈਕਸਟ ਕੀਤਾ। ਹੁਣ ਟੈਲੀਫੋਨ ਕਰਨ ਦੀ ਥਾਂ ਲੋਕ ਟੈਕਸਟ ਮੈਸੇਜ ਹੀ ਪਾਉਂਦੇ, ਤੂੰ ਕਿੱਥੇ ਐ? ਜੇ ਤੂੰ ਇਜਾਜ਼ਤ ਦੇਵੇਂ ਤਾਂ 1 ਘੰਟੇ ਤੱਕ ਮੈਂ ਟ੍ਰੇਨ ਫੜ ਸਕਦਾ ਤੇ ਤੇਰੇ ਕੋਲੇ 2.5 ਘੰਟਿਆਂ 'ਚ ਪਹੁੰਚ ਸਕਦਾ। ਇਸ ਤੋਂ ਲੇਟ ਨਾ ਹੋਈ। ਕੈਲੀ ਦਾ ਜਵਾਬ ਪੜ੍ਹ ਕੇ ਟੋਨੀ ਮੁਸਕਰਾਇਆ। ਠੀਕ 2.25 ਘੰਟਿਆਂ ਬਾਅਦ ਉਸਨੇ ਉਸਦੇ ਦਰਵਾਜ਼ੇ ਦੀ ਘੰਟੀ ਜਾ ਖੜਕਾਈ, ਉਹ ਜਿਵੇਂ ਉਸਦੀ ਹੀ ਉਡੀਕ ਕਰ ਰਹੀ ਹੋਵੇ। ਉਸਨੇ ਬੂਹਾ ਖੋਲ੍ਹਿਆ ਤੇ ਟੋਨੀ ਦੀ ਬਾਂਹ ਫੜ ਕੇ ਅੰਦਰ ਖਿੱਚ ਲਿਆ। ਅਗਲੇ ਪਲ ਉਹ ਉਸਦੀ ਹਿੱਕ ਨਾਲ ਸਿਰ ਲਾਈ ਖੜੀ ਸੀ। ਕੈਲੀ, ਸ਼ਾਮ ਦਾ ਕੀ ਪ੍ਰੋਗਰਾਮ ਹੈ? ਤੂੰ ਦੱਸ। ਉਹ ਸੋਫੇ ਤੇ ਉਸ ਨਾਲ ਜੁੜ ਕੇ ਬੈਠੀ ਸੀ। ਮੈਂ ਸੋਚਦਾ ਸੀ ਯੰਗ ਨਾਈਟ ਚੱਲੀਏ। ਕਿਉਂ, ਤੇਰਾ ਉਹ ਬੁੱਢੜਾ ਉੱਥੇ ਹੋਊ? ਪਤਾ ਨਹੀਂ, ਪਰ ਮੇਰਾ ਉਸ ਨੂੰ ਮਿਲਣ ਦਾ ਕੋਈ ਇਰਾਦਾ ਨਹੀਂ। ਕੈਲੀ ਨੇ ਉਸ ਵੱਲ ਧਿਆਨ ਨਾਲ ਵੇਖਿਆ। ਉਸਨੇ ਦਾੜੀ ਵਧਾਈ ਹੋਈ ਸੀ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ। ਅੱਜ ਕੱਲ੍ਹ ਦੇ ਬਹੁਤ ਸਾਰੇ ਨੌਜਵਾਨਾਂ ਵਿੱਚ ਇਹ ਫੈਸ਼ਨ ਸੀ, ਪਰ ਟੋਨੀ ਨੇ ਆਪਣੇ ਵਾਲਾਂ ਦਾ ਰੰਗ ਵੀ ਬਦਲਿਆ ਹੋਇਆ ਸੀ। ਕੈਲੀ ਨੂੰ ਪਤਾ ਸੀ ਉਹ ਕਿਸੇ ਨਾ ਕਿਸੇ ਮਾਰ ਵਿੱਚ ਸੀ, ਪਰ ਨਾ ਤਾਂ ਟੋਨੀ ਨੇ ਵਿਸਤਾਰ ਨਾਲ ਦੱਸਿਆ ਤੇ ਨਾ ਹੀ ਉਸਨੇ ਪੁੱਛਿਆ। ਟ੍ਰੇਨ ਤੇ ਜਾਣਾ? ਠੀਕ ਆ, ਆਉਂਦੇ ਹੋਏ ਆਮ ਟੈਕਸੀ ਦੀ ਥਾਂ ਊਬਰ ਲੈ ਲਵਾਂਗੇ। ਕੈਲੀ ਨੇ ਹਾਂ ਕਰਨ ਦੀ ਥਾਂ ਆਪਣੀ ਹਾਂ ਦੇ ਚੁੰਮਣ ਦੀ ਮੋਹਰ ਲਾ ਦਿੱਤੀ। ਜਦੋਂ ਕਲੱਬ ਦੇ ਬੂਹੇ ਤੇ ਪਹੁੰਚੇ ਤਾਂ ਦਿਓਕਦ ਬੰਦਾ, ਜਿਸ ਨੂੰ ਬਾਉਂਸਰ ਕਹਿੰਦੇ ਸਨ, ਨੇ ਉਹਨਾਂ ਨੂੰ ਰੋਕ ਲਿਆ ਤੇ ਕਾਰਡ ਦੀ ਮੰਗ ਕੀਤੀ। ਟੋਨੀ ਨੇ ਪਹਿਲਾਂ ਹੀ ਕਾਰਡ ਕਿਸੇ ਹੋਰ ਨਾਂ ਦੀ ਵਰਤੋਂ ਕਰਕੇ ਬਣਾਇਆ ਹੋਇਆ ਸੀ ਤੇ ਕੈਲੀ ਨੂੰ ਉਹ ਆਪਣੇ ਨਾਲ ਮਹਿਮਾਨ ਵਜੋਂ ਲਿਆਇਆ ਸੀ। ਅੱਜ ਟੋਨੀ ਨੇ ਐਨਕਾਂ ਵੀ ਪਾਈਆਂ ਹੋਈਆਂ ਸਨ ਤੇ ਵਾਲ ਵੀ ਵੱਖਰੇ ਢੰਗ ਨਾਲ ਬਣਾਏ ਹੋਏ ਸਨ। ਬਾਉਂਸਰ ਨੇ ਮੋਟੀ ਤੌਣ ਤੇ ਵੱਡਾ ਸਾਰਾ ਸਿਰ ਹਿਲਾ ਕੇ ਉਹਨਾਂ ਨੂੰ ਅੰਦਰ ਜਾਣ ਦਾ ਇਸ਼ਾਰਾ ਕਰ ਦਿੱਤਾ। ਟੋਨੀ ਨੇ ਉਸ ਬੰਦੇ ਦੇ ਚਿਹਨ ਚੱਕਰ ਧਿਆਨ ਨਾਲ ਵੇਖਿਆ ਤੇ ਆਪਣੇ ਮਨ ਵਿੱਚ ਉਸ ਦਾ ਨਾਮ ਗਧਾ ਰੱਖ ਲਿਆ। ਨਾਮ ਬਾਰੇ ਸੋਚ ਕੇ ਉਹ ਇੱਕ ਵਾਰੀ ਫੇਰ ਮੁਸਕਰਾਇਆ। ਕਲੱਬ ਵਿੱਚ ਸਿਗਰਟਾਂ ਦਾ ਧੂੰਆਂ ਨਹੀਂ ਸੀ। ਕਾਨੂੰਨ ਪਬਲਿਕ ਥਾਂ ਸਿਗਰਟ ਪੀਣ ਦੀ ਹੁਣ ਮਨਾਹੀ ਕਰਦਾ ਸੀ। ਜਿਨ੍ਹਾਂ ਨੇ ਸਿਗਰਟ ਪੀਣੀ ਹੁੰਦੀ ਉਹ ਬਾਹਰ ਚਲੇ ਜਾਂਦੇ, ਪਰ ਫਿਰ ਵੀ ਕਲੱਬ ਦੀਆਂ ਜਗਦੀਆਂ ਬੁਝਦੀਆਂ ਰੰਗਦਾਰ ਬੱਤੀਆਂ ਦੇ ਝੌਲੇ ਜਿਹੇ ਚਾਨਣ ਵਿੱਚੋਂ ਧੂਏ ਦਾ ਅੰਸ਼ ਸੀ। ਇਹ ਨਕਲੀ ਧੂੰਆਂ ਕਲੱਬ ਦੇ ਵਾਤਾਵਰਨ ਨੂੰ ਸਹੀ ਰੰਗਤ ਦੇਣ ਲਈ ਛੱਡਿਆ ਹੋਇਆ ਸੀ। ਸੰਗੀਤ ਉੱਚੀ ਆਵਾਜ਼ ਵਿੱਚ ਚੱਲ ਰਿਹਾ ਸੀ। ਕੁਝ ਜੋੜੇ ਨੱਚ ਰਹੇ ਸਨ ਤੇ ਬਹੁਤੇ ਇੱਕ ਦੂਜੇ ਦੀਆਂ ਬਾਹਾਂ ਵਿੱਚ ਗਵਾਚੇ ਹੋਏ ਸਨ। ਕਿਸੇ ਨੂੰ ਕਿਸੇ ਦੀ ਪਰਵਾਹ ਨਹੀਂ ਸੀ। ਟੋਨੀ ਨੇ ਆਪਣੀ ਪਸੰਦ ਦੀ ਸੀਟ ਲੱਭੀ ਤੇ ਕੈਲੀ ਲਈ ਕੁਰਸੀ ਖਿੱਚ ਕੇ ਉਸ ਨੂੰ ਬੈਠਣ ਲਈ ਮਦਦ ਕੀਤੀ। ਔਰਤ ਦਾ ਸਨਮਾਨ ਕਰਨ ਦੀ ਟੋਨੀ ਨੂੰ ਸੋਝੀ ਸੀ। ਕੈਲੀ ਸੋਚਦਿਆਂ ਮੁਸਕਰਾਉਂਦੀ ਬਹਿ ਗਈ। ਟੋਨੀ ਨੇ ਕਲੱਬ ਦੇ ਹਰ ਕੋਨੇ ਵਿੱਚ ਨਜ਼ਰ ਮਾਰੀ, ਜਿਵੇਂ ਉਹ ਸਕੈਨ ਕਰ ਰਿਹਾ ਹੋਵੇ। ਉਸਦੀ ਨਜ਼ਰ ਕਾਊਂਟਰ ਕੋਲ ਖੜੀ ਕੁੜੀ ਤੇ ਜੰਮ ਗਈ। ਵੇਟਰ ਕੁੜੀ ਉਸ ਨੂੰ ਜਾਣੀ ਪਛਾਣੀ ਲੱਗੀ। ਉਸਨੇ ਹੋਰ ਨਿੱਝ ਨਾਲ ਵੇਖਿਆ। ਟੌਮਿਸ਼ ਨਾਲ ਗੱਲ ਕਰਦੀ ਉਹ ਮੁਸਕਰਾਈ। ਟੋਨੀ ਨੇ ਜੈਕੀ ਬਲੈਕ ਨੂੰ ਪਛਾਣ ਲਿਆ। ਉਸ ਨੂੰ ਤਸੱਲੀ ਹੋਈ ਕਿ ਸਕਾਟ ਅਸਲ ਵਿੱਚ ਰੰਧਾਵਿਆਂ ਦੀ ਪੈੜ ਨੱਪਣ ਲਈ ਗੰਭੀਰ ਕੋਸ਼ਿਸ਼ ਕਰ ਰਿਹਾ ਸੀ। ਇਹ ਵੀ ਸਪਸ਼ਟ ਸੀ ਉਹ ਬਿਨਾਂ ਸਬੂਤ ਉਹਨਾਂ ਨੂੰ ਫੜਨ ਨਹੀਂ ਸੀ ਲੱਗਾ। ਟੋਨੀ ਨੂੰ ਰੰਧਾਵਿਆਂ ਦੀਆਂ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣ ਦੀ ਉਮੀਦ ਵੱਜ ਗਈ। ਜੈਕੀ ਬਲੈਕ ਨੂੰ ਕਲੱਬ ਵਿੱਚ ਵੇਖ ਕੇ ਉਸਨੇ ਆਪਣੀ ਵਿਉਂਤ ਬਦਲ ਲਈ। ਉਹ 10:30 ਵਜੇ ਕਲੱਬ ਚੋਂ ਬਾਹਰ ਆ ਗਈ। ਊਬਰ ਲੈ ਕੇ ਉਹ ਕੈਲੀ ਦੇ ਫਲੈਟ ਵਿੱਚ ਪਹੁੰਚ ਗਏ। ਟੋਨੀ, ਤੇਰੀ ਸ਼ਾਪ ਫਿਟਿੰਗ ਦਾ ਕੰਮ ਕਿਵੇਂ ਚੱਲ ਰਿਹਾ? ਮੇਰੇ ਖਿਆਲ ਵਿੱਚ ਬਹੁਤ ਚੰਗਾ। ਪਹਿਲਾਂ ਕੰਮ ਕਰਕੇ ਮੈਨੂੰ ਕੁਝ ਸਮੱਸਿਆਵਾਂ ਦਾ ਖਦਸ਼ਾ ਸੀ, ਪਰ ਅੱਜ ਤੱਕ ਠੀਕ ਹੀ ਹੈ। ਫਿਰ ਹੋਰ ਵੀ ਕੋਈ ਕੰਮ ਲਾਈਨ ਵਿੱਚ ਲਾਇਆ ਹੋਇਆ? ਕੈਲੀ ਡਾਰਲਿੰਗ, ਆਉਣ ਵਾਲਾ ਸਮਾਂ ਡਿਜੀਟਲ ਟੈਕਨੋਲੋਜੀ ਦਾ ਸਮਾਂ ਹੈ। ਦਿਨੋਂ ਦਿਨ ਸਭ ਨੇ ਹੀ ਦੁਕਾਨਾਂ ਨੂੰ ਇਸ ਟੈਕਨੋਲੋਜੀ ਨਾਲ ਲੈਸ ਕਰ ਦੇਣਾ। ਇੱਥੋਂ ਤੱਕ ਕਿ ਘਰਾਂ ਵਿੱਚ ਵੀ ਜਲਦੀ ਫਰਿੱਜ ਆ ਰਹੇ ਹਨ, ਜਿਨ੍ਹਾਂ ਵਿੱਚ ਸਮਾਨ ਲੋੜ ਅਨੁਸਾਰ ਆਪਣੇ ਆਪ ਆਰਡਰ ਹੋ ਜਾਇਆ ਕਰੇਗਾ ਤੇ ਡਿਲੀਵਰੀ ਘਰ ਪਹੁੰਚ ਜਾ ਕਰੇਗੀ। ਕਿਚਨ ਵੀ ਘਰਾਂ ਵਿੱਚ ਰੋਬੋਟਿਕਲ ਹੋਣਗੇ। ਜਦੋਂ ਤੂੰ ਚਾਹੇ ਟੈਲੀਫੋਨ ਤੋਂ ਹੀ ਖਾਣਾ ਤਿਆਰ ਕਰਨ ਦਾ ਆਰਡਰ ਕਰ ਦੇਣਾ ਤੇ ਘਰ ਆਉਂਦੀ ਨੂੰ ਖਾਣਾ ਤਿਆਰ ਹੋਵੇਗਾ। ਸਾਫ਼ ਸਫਾਈ ਵੀ ਰੋਬੋਟ ਕਰਨਗੇ। ਘਰ ਵਿੱਚ ਵੈਕਿਊਮ ਕਰਨ ਲਈ ਤਾਂ ਰੋਬੋਟ ਵੈਕਿਊਮ ਅੱਜ ਖਰੀਦ ਲਓ। ਐਵੇਂ ਹੀ ਘਾਹ ਕੱਟਣ ਵਾਲੀ ਰੋਬੋਟ ਮਸ਼ੀਨ ਆ ਗਈ ਹੈ। ਟੋਨੀ ਆਉਣ ਵਾਲੇ ਸਮੇਂ ਵਿੱਚ ਹੋ ਰਹੀਆਂ ਤਬਦੀਲੀਆਂ ਬਾਰੇ ਗੱਲਾਂ ਕਰ ਰਿਹਾ ਤੇ ਉਹ ਹੈਰਾਨ ਹੋਈ ਸੁਣਦੀ ਰਹੀ। ਟੋਨੀ, ਜੇ ਸਾਰਾ ਕੰਮ ਇੰਜ ਹੋਣ ਲੱਗ ਗਿਆ ਤੇ ਮੇਰੇ ਵਰਗੀਆਂ ਕੀ ਕਰਨਗੀਆਂ? ਪਿਆਰ ਕਹਿੰਦਿਆਂ ਰੋਮਾਂਚਿਤ ਹੁੰਦਿਆਂ ਉਸਨੇ ਕੈਲੀ ਨੂੰ ਚੁੰਮਿਆ। ਤੂੰ ਅੱਜ ਦੇ ਸਮੇਂ ਦੇ ਅਨੁਸਾਰ ਸੋਚਦੀਆਂ। ਜਿਵੇਂ ਜਿਵੇਂ ਟੈਕਨੋਲੋਜੀ ਬਦਲੇਗੀ, ਲੋਕਾਂ ਦੇ ਕੰਮ ਧੰਦੇ ਵੀ ਬਦਲ ਜਾਣਗੇ। ਪਹਿਲਾਂ ਲੋਕ ਫੈਕਟਰੀਆਂ ਵਿੱਚ ਕੰਮ ਕਰਦੇ ਸਨ ਤੇ ਹੁਣ ਸਰਵਿਸ ਇੰਡਸਟਰੀ ਵਿੱਚ। ਉਦੋਂ ਕਿਸੇ ਨੇ ਇਸ ਤਬਦੀਲੀ ਬਾਰੇ ਸੋਚਿਆ ਨਹੀਂ ਸੀ। ਇੱਕ ਗੱਲ ਯਾਦ ਰੱਖੋ, ਉਤਪਾਦਨ ਤਾਂ ਹੀ ਹੋਵੇਗਾ ਜੇ ਲੋਕ ਖਰੀਦਣਗੇ, ਤੇ ਲੋਕ ਤਾਂ ਖਰੀਦਣਗੇ ਜੇ ਉਹਨਾਂ ਕੋਲ ਪੈਸੇ ਹੋਣਗੇ, ਨਹੀਂ ਤੇ ਵੱਡੀਆਂ ਵੱਡੀਆਂ ਕੰਪਨੀਆਂ ਫੇਲ ਹੋ ਜਾਣਗੀਆਂ। ਉਹ ਦੇਰ ਤੱਕ ਗੱਲਾਂ ਕਰਦੇ ਕਰਦੇ ਸੌਂ ਗਏ। ਸਰਦੀ ਦੇ ਦਿਨ ਤੇ ਬਾਹਰ ਰੁੱਖਾਂ ਦੇ ਪੱਤਿਆਂ ਤੋਂ ਪਾਣੀ ਦੀਆਂ ਬੂੰਦਾਂ ਡਿੱਗ ਰਹੀਆਂ ਸਨ। ਪਿਛਲੀ ਰਾਤ
ਰਾਤ ਕਿਣਮਿਣ ਹੋ ਰਹੀ ਸੀ। ਸਵੇਰੇ ਹੀ ਮੀਂਹ ਬੰਦ ਹੋਇਆ ਸੀ, ਪਰ ਅਜੇ ਵੀ ਰੁੱਖਾਂ ਦੇ ਪੱਤੇ ਪਾਣੀ ਨਾਲ ਗੜੁੱਚ ਸਨ। ਸਰਦੀ ਨਾਲ ਲੜਨ ਲਈ ਹੀਟਿੰਗ ਨੇ ਕਮਰ ਕੱਸੇ ਕਰ ਲਏ ਸਨ। ਬੋਇਲਰ ਨੇ 6 ਵਜੇ ਖੜਾਕ ਨਾਲ ਲੜਾਈ ਦਾ ਬਿਗਲ ਵਜਾ ਦਿੱਤਾ ਤਾਂ ਪ੍ਰੀਤੋ ਦੀ ਜਾਗ ਖੁੱਲ ਗਈ। ਉਸਨੇ ਬੈੱਡ ਵਿੱਚ ਪਈ ਨੇ ਆਦਤ ਅਨੁਸਾਰ ਰੱਬ ਦਾ ਨਾਮ ਲਿਆ, ਫਿਰ ਉੱਠ ਕੇ ਹੇਠਾਂ ਰਸੋਈ ਵਿੱਚ ਚਲੀ ਗਈ। ਚਾਹ ਦਾ ਪਤੀਲਾ ਰੱਖ ਕੇ ਉਸਨੇ ਸ਼ੀਸ਼ੇ ਵਿੱਚੋਂ ਦੀ ਬਾਹਰ ਵੇਖਿਆ। ਅਜੇ ਹਨੇਰਾ ਸੀ। ਘਰ ਦੇ ਪਿਛਲੇ ਪਾਸੇ ਜਗਦੀ ਬੱਤੀ ਦੀ ਰੌਸ਼ਨੀ ਅੰਦਰ ਆ ਰਹੀ ਸੀ ਤੇ ਉਸ ਕਾਰਨ ਹੀ ਪਿਛਲੇ ਬਗੀਚੇ ਵਿੱਚ ਖੜੇ ਰੁੱਖ ਦੇ ਪੱਤਿਆਂ ਨਾਲੋਂ ਝੜ ਰਹੇ ਪਾਣੀ ਦੇ ਤੁਪਕੇ ਦਿਸ ਰਹੇ ਸਨ, ਜਿਵੇਂ ਦਰਖਤ ਰੋ ਰਿਹਾ ਹੋਵੇ। ਚਾਹ ਬਣਾ ਕੇ ਉਹ 2 ਕੱਪਾਂ ਵਿੱਚ ਪਾ ਕੇ ਆਪਣੇ ਬੈੱਡਰੂਮ ਵਿੱਚ ਲੈ ਗਈ। ਨਾਜਰ ਅਜੇ ਵੀ ਅੱਖਾਂ ਬੰਦ ਕਰੀ ਪਿਆ ਸੀ। ਵੈਸੇ ਉਸਨੂੰ ਪਤਾ ਸੀ ਉਹ ਜਾਗਦਾ ਸੀ। ਉੱਠੇ ਨਹੀਂ ਅਜੇ। ਉਸਨੇ ਚਾਹ ਦਾ ਕੱਪ ਉਸਦੇ ਸਿਰਹਾਣੇ ਪਏ ਮੇਜ਼ ਤੇ ਰੱਖਦਿਆਂ ਕਿਹਾ। ਨਾਜਰ ਨੇ ਅੰਗਾੜੀ ਭੰਨੀ ਤੇ ਅੱਧਾ ਕੁ ਬਿਸਤਰੇ ਵਿੱਚ ਉੱਠ ਕੇ ਬਹਿ ਗਿਆ। ਚਾਹ ਦਾ ਕੱਪ ਚੱਕਿਆ ਤੇ ਚੁਸਕੀ ਲਈ। ਅੱਜ ਜੇ ਦੁਕਾਨ ਤੇ 10 ਵਜੇ ਆ ਜਾਵੇਂ ਤਾਂ ਮੈਂ 1-2 ਕੰਮ ਕਰਨੇ ਆ। ਬੈਂਕ ਮੈਨੇਜਰ ਨੂੰ ਮਿਲਣ 11 ਵਜੇ ਜ਼ਰੂਰੀ ਹੈ। ਇੱਕ ਬੰਦਾ ਸਟਾਫ ਦਾ ਵੀ ਘੱਟ ਹੈ। ਠੀਕ ਆ ਕਹਿ ਕੇ ਪ੍ਰੀਤੋ ਨੇ ਚਾਹ ਪੀਣੀ ਜਾਰੀ ਰੱਖੀ। ਚਾਹ ਪੀ ਕੇ ਖਾਲੀ ਕੱਪ ਚੁੱਕ ਕੇ ਉਹ ਕਿਚਨ ਵਿੱਚ ਲੈ ਗਈ। ਨਾਜਰ ਬਾਥਰੂਮ ਵਿੱਚ ਚਲਾ ਗਿਆ। 9 ਵਜੇ ਸਾਰਿਆਂ ਨੇ ਨਾਸ਼ਤਾ ਕੀਤਾ। ਪੈਵ ਤੂੰ ਠੀਕ ਹੈ? ਚੁੱਪ ਜਿਹਾ ਲੱਗਦਾ, ਪ੍ਰੀਤੋ ਨੇ ਪੁੱਛਿਆ। ਮੈਂ ਠੀਕ ਹਾਂ, ਕੰਮ ਬਾਰੇ ਕੁਝ ਸੋਚ ਰਿਹਾ ਸੀ। ਉਸਨੇ ਜਲਦੀ ਨਾਲ ਨਾਸ਼ਤਾ ਖਾਧਾ ਤੇ ਆਪਣੇ ਕਮਰੇ ਵਿੱਚ ਚਲਾ ਗਿਆ। ਰਾਜੂ ਕੰਮ ਤੇ ਜਾਣ ਲਈ ਆਪਣੀ ਕਾਰ ਵਿੱਚ ਜਾ ਬੈਠਾ। ਪ੍ਰੀਤੋ ਰਸੋਈ ਦਾ ਕੰਮ ਖਤਮ ਕਰਕੇ ਜਲਦੀ ਨਾਲ ਤਿਆਰ ਹੋ ਕੇ ਦੁਕਾਨ ਤੇ ਜਾਣ ਲਈ ਤਿਆਰੀ ਕਰਨ ਲੱਗੀ। ਨਾਜਰ ਦੁਕਾਨ ਨੂੰ ਤੁਰ ਪਿਆ। ਉਹ ਸਵੇਰੇ ਦੁਕਾਨ ਤੇ ਤੁਰ ਕੇ ਹੀ ਜਾਂਦਾ ਸੀ। ਬਹਾਨੇ ਨਾਲ ਉਸਦੀ ਸੈਰ ਵੀ ਹੋ ਜਾਂਦੀ। ਹੁਣ ਮੀਂਹ ਦੀ ਥਾਂ ਬੱਦਲਾਂ ਵਿੱਚੋਂ ਸੂਰਜ ਬਾਹਰ ਆਉਣ ਦਾ ਯਤਨ ਕਰ ਰਿਹਾ ਸੀ। ਸੜਕਾਂ ਤੇ ਕਾਰਾਂ ਬੱਸਾਂ ਦੀ ਭਗਦੜ ਮੱਚੀ ਹੋਈ ਸੀ। ਕੁਝ ਲੋਕ ਫੁੱਟਪਾਥ ਤੇ ਜਲਦੀ ਤੁਰੇ ਜਾ ਰਹੇ ਸਨ ਤੇ ਕੁਝ ਬੱਸ ਸਟਾਪ ਤੇ ਬੱਸਾਂ ਦੀ ਉਡੀਕ ਕਰ ਰਹੇ ਸਨ। ਕੋਈ ਸਾਈਕਲ ਮੋਟਰਸਾਈਕਲ ਵੀ ਦਿਸ ਜਾਂਦਾ। ਇਹ ਦਿਨ ਵੀ ਆਮ ਦਿਨਾਂ ਵਰਗਾ ਸੀ। ਨਾਜਰ ਲਈ ਸਾਰਾ ਦਿਨ ਗਾਹਕਾਂ ਦੀ ਆਵਾਜਾਈ, ਦੁਕਾਨ ਲਈ ਸਮਾਨ ਦਾ ਆਰਡਰ, ਸਮਾਨ ਨੂੰ ਸ਼ੈਲਫਾਂ ਤੇ ਟਿਕਾਉਣਾ ਵਗੈਰਾ। ਪ੍ਰੀਤੋ ਘਰ ਚਲੀ ਗਈ ਸੀ। ਉਸਦਾ ਵੀ ਆਮ ਵਰਗਾ ਰੂਟੀਨ ਸੀ। ਉਸਨੇ ਕੱਪੜੇ ਧੋਣ ਲਈ ਮਸ਼ੀਨ ਵਿੱਚ ਪਾਉਣੇ ਸਨ। ਉਹ ਮੁੰਡਿਆਂ ਦੇ ਕਮਰਿਆਂ ਵਿੱਚੋਂ ਧੋਣ ਵਾਲੇ ਕੱਪੜੇ ਲੈਣ ਗਈ ਤਾਂ ਪੈਵ ਦੇ ਕਮਰੇ ਵਿੱਚ ਜਾ ਕੇ ਉਹ ਜਿਵੇਂ ਸੁੰਨ ਹੋ ਗਈ। ਕਮਰੇ ਵਿੱਚ ਕੋਈ ਖਾਸ ਕੱਪੜਾ ਹੀ ਨਹੀਂ ਸੀ। ਖਾਲੀ ਕਮਰਾ ਭਾਂ ਕਰ ਰਿਹਾ ਸੀ। ਕੋਈ ਦੇਰ ਉਸਨੂੰ ਸਮਝ ਹੀ ਨਾ ਆਈ ਕਿ ਇਹ ਮਾਜਰਾ ਕੀ ਸੀ। ਜਦ ਉਸਨੂੰ ਸਮਝ ਆਈ ਤਾਂ ਉਹ ਬੈੱਡ ਤੇ ਢੇਰੀ ਢਾ ਕੇ ਬਹਿ ਗਈ। ਪੈਵ ਘਰੋਂ ਚਲਾ ਗਿਆ ਸੀ ਤੇ ਉਹ ਵੀ ਦੱਸੇ ਬਗੈਰ। ਇਸ ਤੋਂ ਵੱਡਾ ਸਦਮਾ ਉਸਨੂੰ ਜ਼ਿੰਦਗੀ ਵਿੱਚ ਕੋਈ ਨਹੀਂ ਸੀ ਲੱਗਾ। ਉਹ ਡਿੱਗਦੀ ਢਹਿੰਦੀ ਹੇਠਾਂ ਆ ਗਈ ਤੇ ਨਾਜਰ ਨੂੰ ਫੋਨ ਕਰਕੇ ਜਲਦੀ ਘਰੇ ਆਉਣ ਲਈ ਕਿਹਾ। ਪਰ ਗੱਲ ਤਾਂ ਦੱਸ, ਤੂੰ ਠੀਕ ਹੈ? ਠੀਕ ਕਾਦੀ, ਘਰ ਉੱਜੜ ਗਿਆ ਆਪਣਾ, ਕਹਿ ਕੇ ਉਹ ਡੁਸਕਣ ਲੱਗੀ। ਕਹਾਣੀ ਨਾ ਪਾ, ਗੱਲ ਦੱਸ। ਨਾਜਰ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ। ਪੈਵ ਘਰ ਛੱਡ ਕੇ ਚਲਾ ਗਿਆ। ਆਪਦਾ ਸਮਾਰਾ ਸਮਾਨ ਲੈ ਕੇ ਘਰ ਛੱਡ ਕੇ ਚਲਾ ਗਿਆ। ਕੁੜੀਆਂ ਤਾਂ ਘਰੋਂ ਭੱਜਦੀਆਂ ਸੁਣੀਆਂ, ਆਹ ਤਾਂ ਨਵੀਂ ਗੱਲ ਹੀ ਏ, ਸਮਝੋ ਬਾਹਰ ਆ, ਕਹਿ ਕੇ ਉਸਨੇ ਫੋਨ ਰੱਖ ਦਿੱਤਾ ਤੇ ਘਰ ਨੂੰ ਚੱਲ ਪਿਆ। ਰਸਤੇ ਵਿੱਚ ਉਸਨੇ ਸੋਚਿਆ ਤਾਂ ਗੱਲ ਉਸਨੂੰ ਸਮਝ ਆਉਣ ਲੱਗੀ। ਘਰੇ ਪਹੁੰਚਿਆ ਤੇ ਰਾਣੀ ਵੀ ਆਈ ਹੋਈ ਸੀ। ਉਸਨੂੰ ਪ੍ਰੀਤੋ ਨੇ ਫੋਨ ਕਰਕੇ ਸੱਦ ਲਿਆ ਸੀ। ਪ੍ਰੀਤੋ ਦੀਆਂ ਗੱਲਾਂ ਤੇ ਹੰਝੂਆਂ ਦੀਆਂ ਧਾਰਾਂ ਦੇ ਨਿਸ਼ਾਨ ਦਿਸ ਰਹੇ ਸਨ। ਰਾਣੀ ਰੋ ਨਹੀਂ ਸੀ ਰਹੀ, ਪਰ ਹੈਰਾਨੀ ਉਸਦੇ ਮੂੰਹ ਤੇ ਵੀ ਜੰਮੀ ਹੋਈ ਸੀ। ਨਾਜਰ ਉਹਨਾਂ ਦੇ ਸਾਹਮਣੇ ਜਾ ਬੈਠਾ। ਹੁਣ ਆਪਾਂ ਕੀ ਕਰੀਏ? ਪ੍ਰੀਤੋ ਨੇ ਸਵਾਲ ਕੀਤਾ। ਨਾਜਰ ਚੁੱਪ ਸੀ ਤੇ ਰਾਣੀ ਉਸਦੇ ਜਵਾਬ ਦੀ ਉਡੀਕ ਕਰ ਰਹੀ ਸੀ। ਰਾਣੀ, ਤੈਨੂੰ ਪੈਵ ਨੇ ਕੁਝ ਕਿਹਾ? ਨਾ ਡੈਡ, ਘਰੋਂ ਜਾਣ ਬਾਰੇ ਉਹਨੇ ਮੈਨੂੰ ਕੁਝ ਨਹੀਂ ਕਿਹਾ। ਗਿਆ ਤਾਂ ਉਹ ਆਪਦੀ ਉਸ ਗੋਰੀ ਕੋਲ ਹੀ ਹੈ, ਨਾਜਰ ਬੋਲਿਆ। ਪਰ ਪਤਾ ਨਹੀਂ ਹੈ ਕਿੱਥੇ। ਆਪਾਂ ਜਾ ਕੇ ਲਿਆ ਵੀ ਨਹੀਂ ਸਕਦੇ। ਮੰਮ, ਹੁਣ ਸਬਰ ਤੋਂ ਕੰਮ ਲਵੋ। ਜੇ ਉਹਨੇ ਮੁੜਨਾ ਹੁੰਦਾ ਤੇ ਉਹ ਜਾਂਦਾ ਹੀ ਕਿਉਂ? ਰਾਣੀ ਠੀਕ ਸੀ। ਉਹਨਾਂ ਦੋਵਾਂ ਜੀਆਂ ਨੂੰ ਪਤਾ ਸੀ। ਦੁੱਖ ਤਾਂ ਇਸ ਗੱਲ ਦਾ ਕਿ ਪੈਵ ਦੇ ਅਜਿਹਾ ਕਦਮ ਚੁੱਕਣ ਬਾਰੇ ਉਹਨਾਂ ਨੂੰ ਚੇਤਾ ਵੀ ਨਹੀਂ ਸੀ। ਰਾਣੀ ਸ਼ਾਮ ਤੱਕ ਘਰੇ ਰਹੀ। ਉਸਨੇ ਹੀ ਰੋਟੀ ਤਿਆਰ ਕੀਤੀ। ਰਾਜੂ ਆਇਆ ਤੇ ਗਮਗੀਨ ਮਾਹੌਲ ਨੂੰ ਦੇਖ ਕੇ ਹੈਰਾਨ ਰਹਿ ਗਿਆ। ਉਸਦੇ ਕੁਝ ਪੁੱਛਣ ਤੋਂ ਪਹਿਲਾਂ ਪ੍ਰੀਤੋ ਨੇ ਸਵਾਲ ਦਾਗ ਦਿੱਤਾ। ਤੈਨੂੰ ਪੈਵ ਨੇ ਘਰ ਛੱਡਣ ਬਾਰੇ ਦੱਸਿਆ ਸੀ? ਰਾਜੂ ਨੇ ਆਪਣਾ ਕੰਮ ਵਾਲਾ ਬੈਗ ਮੋਢੇ ਤੋਂ ਲਾਹ ਕੇ ਮੇਜ਼ ਤੇ ਰੱਖਿਆ, ਰਸੋਈ ਵਿੱਚ ਚਲਾ ਗਿਆ ਤੇ ਨਾਜਰ ਲਈ ਵਿਸਕੀ ਦਾ ਪੈਗ ਬਣਾ ਲਿਆ। ਡੈਡ, ਮਮ, ਕੂਲ ਡਾਊਨ, ਡਰਿੰਕ ਲਵੋ ਡੈਡ। ਉਸ ਵੱਲ ਇੱਕ ਟੱਕ ਵੇਖ ਰਹੇ ਸਨ। ਰਾਜੂ ਨੇ ਕੋਈ ਜਵਾਬ ਨਹੀਂ ਸੀ ਦਿੱਤਾ। ਉਹ ਆਪਣੇ ਆਪ ਨੂੰ ਔਖੀ ਸਥਿਤੀ ਵਿੱਚ ਮਹਿਸੂਸ ਕਰ ਰਿਹਾ ਸੀ। ਮੇਰੀ ਗੱਲ ਦਾ ਜਵਾਬ ਦੇ, ਪ੍ਰੀਤੋ ਨੇ ਸਖਤੀ ਨਾਲ ਕਿਹਾ। ਮਮ, ਕਿੰਨੀ ਦੇਰ ਤੋਂ ਘਰ ਦਾ ਮਾਹੌਲ ਸਿਰਫ ਇੱਕ ਗੱਲ ਕਰਕੇ ਠੀਕ ਨਹੀਂ। ਪੈਵ ਦੇ ਵਿਆਹ ਕਰ। ਤੁਸੀਂ ਉਸ ਨੂੰ ਆਪਣੀ ਮਰਜ਼ੀ ਨਾਲ ਵਿਆਹ ਕਰਨ ਦੀ ਇਜਾਜ਼ਤ ਨਹੀਂ ਸੀ ਦੇ ਰਹੇ। ਉਸਦੇ ਦਿਲ ਨੂੰ ਸਮਝਣ ਦਾ ਯਤਨ ਨਹੀਂ ਕੀਤਾ। ਉਹ ਤੁਹਾਡੇ ਪਸੰਦ ਦੀ ਕੁੜੀ ਨਾਲ ਵਿਆਹ ਕਰਾ ਕੇ ਖੁਸ਼ ਨਹੀਂ। ਉਸ ਨੂੰ ਲੱਗਦਾ ਕਿ ਉਹ ਵਿਆਹ ਸਿਰੇ ਨਹੀਂ ਚੜ੍ਹਨਾ ਤੇ ਸ਼ਾਇਦ ਉਹਨੂੰ ਤਲਾਕ ਕਰਨਾ ਪੈ ਸਕਦਾ। ਤੁਸੀਂ ਦੱਸੋ, ਉਹਦੇ ਕੋਲੇ ਹੋਰ ਕਿਹੜਾ ਰਾਹ ਸੀ? ਰਾਜੂ ਨੇ ਇੱਕ ਵਾਰੀ ਫੇਰ ਗਲਾਸ ਚੱਕ ਕੇ ਨਾਜਰ ਨੂੰ ਫੜਾਇਆ। ਉਸਨੇ ਫੜ ਲਿਆ। ਰਾਜੂ ਨੂੰ ਕੁਝ ਰਾਹਤ ਦਾ ਅਹਿਸਾਸ ਹੋਇਆ। ਅਸੀਂ ਉਹਦੇ ਕੋਈ ਦੁਸ਼ਮਣ ਤਾਂ ਨਹੀਂ, ਉਹਦਾ ਭਲਾ ਹੀ ਸੋਚਦੇ ਹਾਂ। ਆ ਨੇਕ ਨਾਮੀ ਦਿੱਤੀ ਆ ਉਹਨੇ। ਪ੍ਰੀਤੋ ਦੀਆਂ ਅੱਖਾਂ ਵਿੱਚ ਹੁਣ ਹੰਝੂਆਂ ਦੇ ਲਾਲ ਡੋਰੇ ਸਨ। ਰਾਜੂ ਨੇ ਚੁੱਪ ਰਹਿਣਾ ਠੀਕ ਸਮਝਿਆ। ਨਾਜਰ ਨੇ ਪੈਗ ਇੱਕੋ ਸਾਹ ਪੀ ਲਿਆ ਤੇ ਰਾਜੂ ਉਸ ਲਈ ਹੋਰ ਪੈਗ ਲੈਣ ਚਲਾ ਗਿਆ। ਆਪਣੇ ਲਈ ਉਸਨੇ ਬੀਅਰ ਦਾ ਡੱਬਾ ਫਰਿੱਜ 'ਚੋਂ ਕੱਢ ਲਿਆ।
ਮਮ ਰਾਜੂ ਦੀ ਗੱਲ ਨੂੰ ਧਿਆਨ ਨਾਲ ਸੁਣੋ। ਪੈਬ ਇਹ ਨਹੀਂ ਕਹਿੰਦਾ ਵੀ ਤੁਸੀਂ ਉਹਦੇ ਦੁਸ਼ਮਣ ਹੋ, ਪਰ ਉਸਨੇ ਜਿਸ ਕੁੜੀ ਨਾਲ ਉਮਰ ਗੁਜ਼ਾਰਨੀ ਆ ਉਹ ਉਹਦੇ ਪਸੰਦ ਦੀ ਹੋਣੀ ਚਾਹੀਦੀ ਹੈ। ਇਹਨੂੰ ਕਿਹੜੀਆਂ ਲੂਲਾਂ ਲੱਗੀਆਂ ਜਿਹੜੀਆਂ ਹੋਰ ਕੁੜੀਆਂ ਦੇ ਨਹੀਂ? ਤੁਸੀਂ ਨਹੀਂ ਬੋਲਦੇ ਕੁਝ। ਉਹ ਨਾਜਰ ਵੱਲ ਵੇਖਦਿਆਂ ਗੜਕੀ। ਨਾਜਰ ਨੇ ਗਲਾਸ ਵੱਲ ਵੇਖਿਆ ਪਰ ਚੁੱਕਿਆ ਨਾ। ਰਾਜੂ ਨੇ ਬੀਅਰ ਦਾ ਘੁੱਟ ਭਰਿਆ, ਉਹ ਵੀ ਚੁੱਪ ਰਿਹਾ। ਨਾਜਰ ਸੋਚ ਰਿਹਾ ਸੀ, ਉਹਨੇ ਤਾਂ ਜੋ ਕਰਨਾ ਸੀ ਕਰ ਲਿਆ, ਹੁਣ ਆਪਾਂ ਕੀ ਕਰਨਾ? ਸਵਾਲ ਤਾਂ ਇਹ ਹੈ। ਇਸ ਸਵਾਲ ਦਾ ਕਿਸੇ ਕੋਲ ਕੋਈ ਸਿੱਧਾ ਸਪਸ਼ਟ ਜਵਾਬ ਨਹੀਂ ਸੀ। ਸ਼ਾਮ ਨੂੰ ਪੈਬ ਨੇ ਮਾਸਟਰ ਨੂੰ ਫੋਨ ਕੀਤਾ ਤੇ ਆਪਣੇ ਘਰੋਂ ਆਉਣ ਬਾਰੇ ਸਾਰੀ ਜਾਣਕਾਰੀ ਦਿੱਤੀ। ਅੰਕਲ ਮੈਨੂੰ ਬਹੁਤ ਦੁੱਖ ਵੀ ਆ ਤੇ ਮੈਨੂੰ ਪਤਾ ਮੰਮੀ ਨੇ ਰੋ ਰੋ ਕੇ ਬੁਰਾ ਹਾਲ ਕਰ ਲੈਣਾ, ਪਰ ਮੇਰੇ ਕੋਲੇ ਹੋਰ ਰਾਹ ਨਹੀਂ ਸੀ। ਹੁਣ ਮੈਂ ਚਾਹੁੰਦਾ ਮਮ ਡੈਡ ਅੱਗੇ ਹੋ ਕੇ ਵਿਆਹ ਕਰਨ ਤਾਂ ਚੰਗਾ ਏ, ਤੁਸੀਂ ਉਹਨਾਂ ਨਾਲ ਇੱਕ ਵਾਰੀ ਫੇਰ ਗੱਲ ਕਰਕੇ ਵੇਖੋ। ਪੈਬ ਮੈਂ ਅਜੇ ਵੇਖਦਾ, ਉਹੀ ਸ਼ਾਇਦ ਫੋਨ ਕਰ ਲੈਣ, ਫਿਰ ਮੈਨੂੰ ਗੱਲ ਕਰਨੀ ਸੌਖੀ ਹੋ ਜੂ। ਕੱਲ ਨੂੰ ਮੇਰੀ ਛੁੱਟੀ ਆ, ਮੈਂ ਕੱਲ ਨੂੰ ਦੁਕਾਨ ਤੇ ਜਾਊਂ। ਮਾਸਟਰ ਪੰਜਾਬ ਵਿੱਚ ਅਧਿਆਪਕ ਸੀ ਤੇ ਇੰਗਲੈਂਡ ਆ ਕੇ ਉਹ ਰਾਤਾਂ ਪੋਸਟ ਆਫਿਸ ਵਿੱਚ ਕੰਮ ਕਰਦਾ ਸੀ। 5 ਰਾਤਾਂ ਕੰਮ ਤੇ 1 ਰਾਤ ਦਾ ਓਵਰਟਾਈਮ ਬਹੁਤ ਵਾਰੀ ਮਿਲ ਜਾਂਦਾ। ਅਗਲੇ ਦਿਨ 11 ਵਜੇ ਉਸਨੇ ਲੰਬਾ ਕੋਟ ਪਹਿਨਿਆ ਤੇ ਘਰੋਂ ਬਾਹਰ ਨਿਕਲ ਗਿਆ। ਕਿੰਗਜ਼ਲੇ ਐਵਨਿਊ ਤੋਂ ਹੁੰਦਾ ਉਹ ਨਾਰਥ ਰੋਡ ਤੇ ਪੈ ਗਿਆ। ਪੁਲਿਸ ਸਟੇਸ਼ਨ ਲੰਘ ਕੇ ਸੜਕ ਦੇ ਦੂਜੇ ਪਾਸੇ ਸਾਹਮਣੇ ਮਾਰਕੀਟ ਸੀ। ਉਹ ਮਾਰਕੀਟ ਵਿੱਚ ਜ਼ਰੂਰ ਚੱਕਰ ਲਾਉਂਦਾ। ਉਸ ਨੂੰ ਇੰਜ ਲੱਗਦਾ ਜਿਵੇਂ ਉਹ ਪੰਜਾਬ ਦੇ ਕਿਸੇ ਮੇਲੇ ਵਿੱਚ ਫਿਰਦਾ ਹੋਵੇ। ਫਲ, ਸਬਜ਼ੀਆਂ, ਕੱਪੜੇ, ਖੁੱਲ੍ਹੇ ਕੱਪੜੇ, ਪਰਦੇ, ਗੱਲ ਕੀ ਮਾਰਕੀਟ ਵਿੱਚ ਹਰ ਚੀਜ਼ ਦੇ ਸਟਾਲ ਸਨ। ਮਾਸਟਰ ਨੇ ਸ਼ਾਪਿੰਗ ਤਾਂ ਘੱਟ ਕਰਨੀ ਹੁੰਦੀ, ਉੱਥੋਂ ਇੱਕ ਸਟਾਲ ਦੇ 버ਗਰ ਤੇ ਚਾਹ ਕੌਫੀ ਦਾ ਵੀ ਸੀ। ਪਹਿਲਾਂ ਇਸ ਨੂੰ ਕੋਈ ਗੋਰਾ ਚਲਾਉਂਦਾ ਸੀ, ਹੁਣ ਇਹ ਕਿਸੇ ਇੰਡੀਅਨ ਨੇ ਲੈ ਲਿਆ ਸੀ। ਇੰਡੀਅਨ ਨੇ ਸਮੋਸੇ, ਪਕੌੜੇ ਤੇ ਮਸਾਲਾ ਚਾਹ ਵੇਚਣੀ ਸ਼ੁਰੂ ਕਰ ਦਿੱਤੀ ਸੀ। ਮਾਸਟਰ ਨੂੰ ਇਹ ਚਾਹ ਬਹੁਤ ਪਸੰਦ ਸੀ। ਅੱਜ ਵੀ ਉਸਨੇ ਚਾਹ ਦਾ ਕੱਪ ਲਿਆ ਤੇ ਲੋਕਾਂ ਦੀ ਰੌਣਕ ਨੂੰ ਵੇਖਦਾ ਖੜਾ ਚੁਸਕੀਆਂ ਲੈਂਦਾ ਰਿਹਾ। ਖਾਲੀ ਕੱਪ ਉਸਨੇ ਕੂੜੇਦਾਨ ਵਿੱਚ ਸੁੱਟਿਆ ਤੇ ਬਰਡਵੇ ਵੱਲ ਨੂੰ ਚੱਲ ਪਿਆ। ਮਾਰਕੀਟ ਵਿੱਚੋਂ ਬਾਹਰ ਨਿਕਲ ਕੇ ਖੱਬੇ ਮੁੜ ਕੇ ਵੱਡੀ ਸੜਕ ਤੇ ਦੁਕਾਨਾਂ ਹੀ ਸਨ। ਲੇਡੀ ਮਾਰਗਰੇਟ ਰੋਡ ਵਾਲੀਆਂ ਲਾਈਟਾਂ ਲੰਘ ਕੇ ਸਾਊਥ ਵੱਲ ਬ੍ਰੌਡਵੇ ਸ਼ੁਰੂ ਹੋ ਜਾਂਦਾ ਹੈ। ਅੱਜ ਕੱਲ੍ਹ ਇੱਥੇ ਭਾਰਤੀ ਤੇ ਪਾਕਿਸਤਾਨੀ ਦੁਕਾਨਦਾਰਾਂ ਦਾ ਬੋਲਬਾਲਾ ਹੋ ਗਿਆ, ਤਾਂ ਕਰਕੇ ਕਈ ਲੋਕ ਇਸ ਨੂੰ ਲਿਟਲ ਇੰਡੀਆ, ਪੰਜਾਬ ਜਾਂ ਲੁਧਿਆਣਾ, ਜਲੰਧਰ ਵਰਗੇ ਨਾਵਾਂ ਨਾਲ ਵੀ ਪੁਕਾਰਦੇ ਹਨ। ਮਾਸਟਰ ਨੇ ਸਾਰੀ ਹੁੰਦੀ ਤਬਦੀਲੀ ਆਪਣੇ ਅੱਖੀਂ ਵੇਖੀ। ਅੱਜ ਵੀ ਉਹ ਦੁਕਾਨਾਂ ਨੂੰ ਵੇਖਦਾ ਯਾਦ ਕਰਦਾ ਜਾ ਰਿਹਾ ਸੀ ਕਿ ਆਹ ਦੁਕਾਨ ਵਿੱਚ ਪਹਿਲਾਂ ਕੀ ਵਿਕਦਾ ਸੀ ਜਾਂ ਕਿਸ ਦੀ ਦੁਕਾਨ ਸੀ। ਆਦਮੀਆਂ ਦੇ ਕੱਪੜਿਆਂ ਦੀ ਦੁਕਾਨ ਅਜੇ ਵੀ ਗੋਰੇ ਹੀ ਚਲਾਉਂਦੇ ਸਨ। ਇਹ ਇੱਕ ਵੱਡੀ ਕੰਪਨੀ ਸੀ। ਇਹੋ ਜਿਹੇ ਹੋਰ ਵੀ ਕੁਝ ਸਟੋਰ ਸਨ ਜਿਹੜੇ ਅਜੇ ਭਾਰਤੀਆਂ ਨੇ ਖਰੀਦੇ ਨਹੀਂ। ਵੂਲਵਰਥ ਦੇ ਨਾਲ ਵਾਲੀ ਨਾਜਰ ਦੀ ਦੁਕਾਨ ਸੀ। ਉਹ ਦੁਕਾਨ ਵਿੱਚ ਚਲਾ ਗਿਆ। ਬੌਸ ਹੈਗਾ ਦਫ਼ਤਰ 'ਚ? ਉਹਨੇ ਇੱਕ ਪੁਰਾਣੇ ਵਰਕਰ ਨੂੰ ਪੁੱਛਿਆ। ਹਾਂਜੀ, ਬੀਬੀ ਜੀ ਵੀ ਦਫ਼ਤਰ 'ਚ ਹੀ ਹੈ। ਮਾਸਟਰ ਨੇ ਦਰਵਾਜ਼ਾ ਖੜਕਾਇਆ। ਨਾਜਰ ਨੇ ਉਸ ਨੂੰ ਅੰਦਰ ਆਉਂਦੇ ਵੇਖ ਲਿਆ ਸੀ। ਆ ਜਾਓ, ਲੰਘ ਆਓ ਕਹਿ ਕੇ ਨਾਜਰ ਨੇ ਪ੍ਰੀਤੋ ਵੱਲ ਵੇਖਿਆ। ਸਤਿ ਸ੍ਰੀ ਅਕਾਲ ਕਹਿ ਕੇ ਉਹ ਕੁਰਸੀ ਤੇ ਬਹਿ ਗਿਆ। ਦਿਨ ਤਾਂ ਅੱਜ ਚੰਗਾ ਹੂੰ, ਸਰਦੀ ਵਾਵਾ। ਹਾਂਜੀ, ਧੁੱਪ ਤਾਂ ਦੇਖੋ ਅੱਜ ਇੰਡੀਆ ਵਰਗੀ ਆ। ਨਾਜਰ ਮੱਲੋ ਜੋਰੀ ਮੁਸਕਰਾਇਆ। ਭਾਜੀ ਚਾਹ ਬਣਾਵਾਂ? ਨਹੀਂ ਭੈਣ ਜੀ, ਮੈਂ ਮਾਰਕੀਟ 'ਚੋਂ ਚਾਹ ਪੀ ਕੇ ਆਇਆ, ਫਿਰ ਸਾਡੇ ਵਾਸਤੇ ਵੀ ਲੈ ਆਉਣੀ ਸੀ। ਨਾਜਰ ਨੇ ਹੱਸਦਿਆਂ ਕਿਹਾ। ਚਾਹੀਦਾ ਤਾਂ ਇਹੋ ਸੀ, ਬਸ ਐਵੇਂ ਕਾਲ ਕਰ ਗਿਆ। ਅੱਜ ਛੁੱਟੀ ਹੈ? ਆਹੋ, ਮੈਂ ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੇ ਦਫ਼ਤਰ ਚੱਲਿਆ ਸੀ। ਮੈਂ ਕਿਹਾ ਤੁਹਾਨੂੰ ਹੈਲੋ ਕਹਿ ਜਾਵਾਂ। ਉੱਥੇ ਤਾਂ 6 ਵਜੇ ਜਾਣੇ ਆ। ਮਾਸਟਰ ਛੁੱਟੀ ਵਾਲੇ ਦਿਨ ਇਸ ਦਫ਼ਤਰ ਵਿੱਚ ਲੋਕਾਂ ਦੇ ਫਾਰਮ ਵਗੈਰਾ ਭਰਨ ਦੀ ਸੇਵਾ ਕਰਦਾ ਸੀ। ਨਾਜਰ ਨੂੰ ਵੀ ਪਤਾ ਸੀ। ਉਹ ਕੁਝ ਦੇਰ ਬੈਠੇ ਗੱਲਾਂ ਮਾਰਦੇ ਰਹੇ। ਉਹਨਾਂ ਨੇ ਪੈਬ ਸੰਬੰਧੀ ਕੋਈ ਗੱਲ ਨਾ ਕੀਤੀ। ਮੈਂ ਸ਼ਾਮ ਨੂੰ ਘਰੇ ਜਾਣ ਵੇਲੇ ਚੱਕਰ ਮਾਰੂ, ਜੇ ਤੂੰ ਵਿਹਲਾ ਹੋਇਆ ਤਾਂ। ਸ਼ੇਰਾ ਕੰਮ ਤੇ ਆ ਜਾਂ ਛੁੱਟੀ ਆ? ਕਈ ਦਿਨਾਂ ਤੋਂ ਉਹਦੇ ਨਾਲ ਵੀ ਗੱਲ ਨਹੀਂ ਹੋਈ। ਮਾਸਟਰ ਨੇ ਉੱਠਦਿਆਂ ਪੁੱਛਿਆ। ਮੇਰਾ ਖਿਆਲ ਆ ਰਾਤਾਂ ਚੱਲਦੀਆਂ ਉਹਦੀਆਂ। ਨਾਜਰ ਵੀ ਮਾਸਟਰ ਨਾਲ ਹੀ ਬਾਹਰ ਆ ਗਿਆ। ਮਾਸਟਰ ਚਲਾ ਗਿਆ ਸੀ ਤੇ ਉਹ ਫਿਰ ਦਫ਼ਤਰ ਵਿੱਚ ਚਲਾ ਗਿਆ। ਉਹਨਾਂ ਦੇ ਦਿਮਾਗ ਵਿੱਚ ਪੈਬ ਹੀ ਪੈਬ ਸੀ। 5 ਵਜੇ ਅਚਾਨਕ ਰਾਣੀ ਤੇ ਰਾਜੂ ਆ ਗਏ। ਡੈਡ ਤੁਸੀਂ ਰਾਜੂ ਨਾਲ ਘਰ ਆ ਜਾਓ ਹੁਣੇ ਹੀ, ਤੇ ਮੈਂ ਮਾਮ ਨੂੰ ਲੈ ਕੇ ਚੱਲਦੀ ਆਂ, ਮੈਂ ਫਿਰ ਵਾਪਸ ਵੀ ਮੁੜਨਾ। ਬਿਨਾਂ ਜਵਾਬ ਉਡੀਕਿਆਂ ਉਸਨੇ ਮਾਂ ਵੱਲ ਵੇਖਿਆ ਤੇ ਪ੍ਰੀਤੋ ਉੱਠ ਕੇ ਉਸਦੇ ਨਾਲ ਤੁਰ ਪਈ। ਕੁਝ ਮਿੰਟਾਂ ਬਾਅਦ ਮੈਨੇਜਰ ਨੂੰ ਦੁਕਾਨ ਬੰਦ ਕਰਨ ਬਾਰੇ ਆਦੇਸ਼ ਦੇ ਕੇ ਉਹ ਵੀ ਰਾਜੂ ਦੀ ਕਾਰ ਵਿੱਚ ਜਾ ਬੈਠਾ। ਘਰ ਜਾਂਦਿਆਂ ਨੂੰ ਰਾਣੀ ਨੇ ਚਾਹ ਬਣਾ ਲਈ ਸੀ ਤੇ ਉਹ ਚਾਹ ਲੈ ਕੇ ਲਾਉਂਜ ਵਿੱਚ ਆ ਗਈ। ਕੱਪਾਂ ਵਿੱਚ ਚਾਹ ਪਾ ਕੇ ਫੜਾਉਂਦਿਆਂ ਉਸਨੇ ਗੱਲ ਚਲਾਈ। ਡੈਡ ਮਮ, ਆਪਾਂ ਨੂੰ ਇਸ ਗੱਲ ਨੂੰ ਸੁਲਝਾਉਣਾ ਚਾਹੀਦਾ। ਬਹੁਤੀ ਈਗੋ ਦੀ ਲੋੜ ਨਹੀਂ। ਸਹੀ ਸਟੈਪ ਲੈ ਲਿਆ ਜਾਵੇ ਤਾਂ ਗੱਲ ਸੰਭਲ ਸਕਦੀ ਆ। ਅਸੀਂ ਕੀ ਕਰੀਏ? ਉਹ ਤਾਂ ਬਗਾਨੇ ਵਾਂਗੂ ਘਰੋਂ ਨਿਕਲ ਗਿਆ। ਪ੍ਰੀਤੋ ਬੋਲੀ। ਜੋ ਹੋ ਗਿਆ ਉਹ ਤਾਂ ਹੋ ਗਿਆ। ਹੁਣ ਤੁਸੀਂ ਕੀ ਸੋਚਦੇ ਆ? ਵਿਆਹ ਤਾਂ ਉਹਨੇ ਕਰਨਾ ਹੀ ਹੈ। ਤੁਸੀਂ ਆਪਦੀ ਸਹਿਮਤੀ ਦਿਓ। ਰਾਣੀ ਤੇ ਰਾਜੂ ਨੇ ਪਹਿਲਾਂ ਪਕਾਏ ਮਤੇ ਅਨੁਸਾਰ ਗੱਲ ਚਲਾਈ। ਲਾਦ ਦੇ ਸਿਰ ਤੇ ਮਾਪੇ ਉੜਦੇ ਆ। ਜਦੋਂ ਲਾਦ ਹੀ ਵਗਾ ਮਾਰੇ ਤਾਂ ਕੀ ਕੀਤਾ ਜਾਵੇ? ਪ੍ਰੀਤੋ ਨੇ ਅੱਖਾਂ ਪੂੰਝੀਆਂ। ਕੁਝ ਦੇਰ ਲਈ ਚੁੱਪ ਤਣ ਗਈ। ਉਹ ਬੇਮਤਲਬ ਬਾਹਰ ਫੁੱਟਪਾਥ ਵੱਲ ਵੇਖਣ ਲੱਗੇ।
ਕੋਈ ਨਾ ਕੋਈ ਪੈਦਲ ਤੁਰਿਆ ਜਾਂਦਾ ਬੰਦਾ ਪਰਦਿਆਂ ਵਿੱਚੋਂ ਦੀ ਦਿਸ ਜਾਂਦਾ। ਸੂਰਜ ਛਿਪ ਚੁੱਕਿਆ ਸੀ ਪਰ ਅਜੇ ਬਾਹਰ ਚਾਨਣ ਸੀ। ਦੇਖੋ, ਮੇਰੇ ਖਿਆਲ 'ਚ ਤੁਸੀਂ ਪੈਬ ਨੂੰ ਫੋਨ ਕਰਕੇ ਆਉਣ ਲਈ ਕਹੋ। ਕੱਲ ਨੂੰ ਸ਼ਨੀਚਰਵਾਰ ਆ ਜਾਂ ਪਰਸੋਂ ਵੀ ਠੀਕ ਆ। ਨਾਲ ਉਹ ਮਸ਼ੈਲ ਨੂੰ ਲੈ ਆਵੇ। ਘੱਟੋ ਘੱਟ ਕੁੜੀ ਨੂੰ ਮਿਲ ਲਓ। ਜਿੱਦ ਕਰਕੇ ਉਹਨੂੰ ਦੂਰ ਨਾ ਕਰੋ। ਫੇਰ ਵੀ ਮਮ ਸਰਨਾ ਤਾਂ ਹੈ ਨਹੀਂ, ਰਾਣੀ ਨੇ ਪੂਰੇ ਵਿਸ਼ਵਾਸ ਨਾਲ ਕਿਹਾ। ਉਹਨੂੰ ਪਤਾ ਸੀ ਦੋਵਾਂ ਭੈਣ ਭਰਾਵਾਂ ਦੀ ਇੱਕ ਗੱਲ ਸੀ। ਕੁਝ ਦੇਰ ਫੇਰ ਚੁੱਪ ਤਣੀ ਰਹੀ। ਡੈਡ, ਤੁਹਾਡਾ ਕੀ ਖਿਆਲ ਹੈ? ਰਾਜੂ ਬੋਲਿਆ। ਮੇਰੇ ਖਿਆਲ ਵਿੱਚ ਉਹਨਾਂ ਨੂੰ ਬੁਲਾ ਲੈਣਾ ਚਾਹੀਦਾ। ਹੋਰ ਆਪਾਂ ਕਰ ਵੀ ਕੀ ਸਕਦੇ ਹਾਂ? ਉਹ ਆ ਜੇ ਆਪੇ। ਹੁਣ ਅਸੀਂ ਉਹਦੀਆਂ ਮਿਹਨਤਾਂ ਕਰੀਏ? ਪ੍ਰੀਤੋ ਅਜੇ ਵੀ ਵੱਟ ਖਾਈ ਬੈਠੀ ਸੀ। ਮਮ ਉਹ ਆਜੂ, ਪਰ ਆ ਨਾ ਹੋਵੇ ਤੁਸੀਂ ਉਹਨੂੰ ਮਸ਼ੈਲ ਨੂੰ ਚੰਗੀ ਤਰ੍ਹਾਂ ਬੁਲਾਓ ਨਾ। ਮੈਂ ਹੁਣੇ ਫੋਨ ਕਰ ਦਿੰਨੀ ਆ। ਰਾਣੀ ਨੇ ਵਿਚਲਾ ਰਾਹ ਕੱਢਿਆ। ਸਾਨੂੰ ਹਲਕੇ ਕੁੱਤੇ ਦੀ ਨਹੀਂ ਵੱਢਿਆ ਵੀ ਅਸੀਂ ਐਵੇਂ ਕਿਸੇ ਦੇ ਗਲ ਪਈ ਜਾਵਾਂਗੇ। ਠੀਕ ਆ, ਫਿਰ ਤੁਹਾਡੀ ਨੂੰਹ ਆ ਬਣਨ ਵਾਲੀ, ਚੰਗਾ ਵਰਤਾਅ ਕਰੋਗੇ ਤਾਂ ਉਹ ਵੀ ਚੰਗੀ ਰਹੂ। ਰਾਣੀ ਨੇ ਮੁਸਕਰਾਉਂਦਿਆਂ ਮਾਹੌਲ ਨੂੰ ਹਲਕਾ ਬਣਾਉਣ ਦਾ ਯਤਨ ਕੀਤਾ ਤੇ ਫੋਨ ਕੋਲ ਚਲੀ ਗਈ। ਉਸਨੇ ਪੈਬ ਦਾ ਨੰਬਰ ਘੁਮਾ ਲਿਆ। ਹਾਏ ਪੈਬ, ਆ ਲੈ ਡੈਡ ਨਾਲ ਗੱਲ ਕਰ। ਰਾਣੀ ਨੇ ਫੋਨ ਨਾਜਰ ਨੂੰ ਫੜਾ ਦਿੱਤਾ। ਡੈਡ, ਮੈਂ ਸੌਰੀ ਆ, ਪਰ ਮੈਂ ਝਿਜਕਦਾ ਤੁਹਾਡੇ ਨਾਲ ਬਹੁਤੀ ਗੱਲ ਨਹੀਂ ਕਰ ਸਕਿਆ। ਸੌਰੀ ਦਿਆ ਲੱਗਦਿਆ। ਕੱਲ ਨੂੰ ਆ ਹੱਥ ਨੇ ਉਹਨੂੰ ਕੁੜੀ ਨੂੰ ਨਾਲ ਲੈ ਕੇ ਆਈ। ਕੱਲ ਨੂੰ ਹੀ ਪੱਟੂ ਤੇਰੇ ਕੰਨ। ਨਾਜਰ ਨੇ ਨਕਲੀ ਗੁੱਸਾ ਦਿਖਾਉਂਦਿਆਂ ਕਿਹਾ। ਠੀਕ ਆ ਡੈਡ, ਜਿਵੇਂ ਤੁਸੀਂ ਮਰਜ਼ੀ ਕਰ ਲਿਓ। ਰਾਣੀ ਤੇ ਰਾਜੂ ਨੂੰ ਹਾਲਤ ਇੰਨੀ ਜਲਦੀ ਸੁਖਾਵਾਂ ਮੋੜਾ ਲੈ ਜਾਣਗੇ ਉਮੀਦ ਨਹੀਂ ਸੀ, ਪਰ ਹੁਣ ਤਾਂ ਪ੍ਰੀਤੋ ਨੇ ਵੀ ਸੰਜਮੀ ਜਿਹੀ ਮੁਸਕਰਾਹਟ ਦਿੱਤੀ। ਰਾਣੀ ਆਪਣਾ ਬੈਗ ਚੁੱਕ ਕੇ ਜਾਣ ਲੱਗੀ। ਮਮ, ਮੈਂ ਕੱਲ ਨੂੰ ਆ ਕੇ ਖਾਣਾ ਆਪੇ ਤਿਆਰ ਕਰ ਲੂੰ। ਤੁਸੀਂ ਤਿਆਰ ਹੋ ਕੇ ਖੁਸ਼-ਖੁਸ਼ ਰਹੋ। ਨਾ ਸਾਨੂੰ ਉਹਦੀ ਗੱਲ ਸਮਝ ਆਵੇ ਨਾ ਉਹਨੂੰ ਸਾਡੀ। ਬਸ ਠੀਕ ਹੈ। ਰਾਣੀ ਚਲੀ ਗਈ। ਸਾਰਿਆਂ ਦੇ ਦਿਮਾਗ ਤੋਂ ਜਿਵੇਂ ਕੋਈ ਬੋਝ ਲੈ ਗਿਆ ਹੋਵੇ। ਰਾਜੂ ਵੀ ਖੁਸ਼ ਸੀ। ਹੁਣ ਉਸਨੇ ਨਾਜਰ ਨੂੰ ਵਿਸਕੀ ਲਿਆ ਫੜਾਈ। ਤੂੰ ਵੀ ਡੱਬਾ ਲੈ ਲੈਣਾ ਸੀ। ਜੇ ਬਕਾਟ ਹੀ ਲੈਣੀ ਤਾਂ ਉਹ ਲੈ ਲੈ। ਉਹ ਬੀਅਰ ਦਾ ਡੱਬਾ ਲੈ ਕੇ ਉਹਨਾਂ ਕੋਲ ਆ ਬੈਠਾ। ਸੁਣ ਵੇ, ਤੂੰ ਨਾ ਇਹੋ ਜਿਹਾ ਕੁਛ ਕਰੀ। ਤੂੰ ਤਾਂ ਪੰਜਾਬਣ ਨਾਲ ਹੀ ਵਿਆਹ ਕਰਾਈ। ਰਾਜੂ ਸੁਣ ਕੇ ਪਲਕ ਲਈ ਹੈਰਾਨ ਜਿਹਾ ਉਸ ਵੱਲ ਵੇਖਦਾ ਰਿਹਾ। ਨਹੀਂ ਮਾਮਾ, ਮੇਰਾ ਵਿਆਹ ਕਰਾਉਣ ਦਾ ਕੋਈ ਇਰਾਦਾ ਨਹੀਂ। ਮੇਰੀਆਂ ਅੱਖਾਂ ਅੱਗੇ ਮੇਰੀ ਮਾਸੀ ਫਿਰਦੀ ਆ। ਉਹਦੇ ਲਈ ਮੈਂ ਇੰਨੀ ਕੁਰਬਾਨੀ ਤਾਂ ਕਰ ਹੀ ਸਕਦਾ। ਕਹਿ ਕੇ ਰਾਜੂ ਬੀਅਰ ਵਾਲਾ ਡੱਬਾ ਛੱਡ ਕੇ ਆਪਣੇ ਕਮਰੇ ਵਿੱਚ ਚਲਾ ਗਿਆ। ਦੋਵੇਂ ਜੀ ਹੈਰਾਨ ਪਰੇਸ਼ਾਨ ਇੱਕ ਦੂਜੇ ਵੱਲ ਦੇਖਣ ਲੱਗੇ। ਰਾਜੂ ਦੇ ਮਨ ਵਿੱਚ ਜੀਤਾਂ ਵਾਲੀ ਦੁਰਘਟਨਾ ਅਜੇ ਵੀ ਤਾਜ਼ਾ ਹੈ। ਉਹਨਾਂ ਨੂੰ ਇਸ ਦਾ ਕੋਈ ਇਲਮ ਨਹੀਂ ਸੀ। ਨਾ ਹੀ ਪ੍ਰੀਤੋ ਰਾਜੂ ਨੂੰ ਦੁਖੀ ਕਰਨਾ ਚਾਹੁੰਦੀ ਸੀ। ਹੁਣ ਉਹ ਆਪਣੇ ਆਪ ਨੂੰ ਗੁਨਾਹਗਾਰ ਸਮਝਦੀ ਸੀ। ਉਹਨਾਂ ਨੇ ਇੱਕ ਦੂਜੇ ਵੱਲ ਵੇਖਿਆ। ਦੋਵੇਂ ਉੱਠੇ ਉਸਦੇ ਕਮਰੇ ਵਿੱਚ ਚਲੇ ਗਏ। ਮੈਂ ਸੌਰੀ ਆ ਪੁੱਤ, ਮੈਂ ਤਾਂ ਸਰਸਰੀ ਗੱਲ ਕੀਤੀ। ਕਹਿੰਦਿਆਂ ਉਸਨੇ ਰਾਜੂ ਦਾ ਮੱਥਾ ਚੁੰਮਿਆ, ਉਸਨੂੰ ਜੱਫੀ ਪਾਈ। ਰਾਜੂ ਦੀਆਂ ਸਿੱਲੀਆਂ ਅੱਖਾਂ ਨੂੰ ਚੁੰਨੀ ਨਾਲ ਪੁੰਝਿਆ। ਰਾਜੂ, ਬੀਤਿਆ ਟਾਈਮ ਹੱਥ ਨਹੀਂ ਆਉਂਦਾ ਹੁੰਦਾ। ਉਦੋਂ ਐਵੇਂ ਹੀ ਲਿਖੀ ਸੀ ਉਹਦੀ। ਬਸ ਤੂੰ ਦਿਲ ਨਾ ਖਰਾਬ ਕਰ। ਤੂੰ ਪੜ੍ਹ ਲਿਖ ਕੇ ਵਕੀਲ ਬਣ ਗਿਆ। ਉਹ ਜਿੱਥੇ ਵੀ ਆ ਤੈਨੂੰ ਦੇਖ ਕੇ ਖੁਸ਼ ਹੁੰਦੀ ਹੋ। ਉਹ ਤੈਨੂੰ ਹਰ ਹਾਲਤ 'ਚ ਖੁਸ਼ ਦੇਖਣਾ ਚਾਹੁੰਦੀ ਆ ਮੇਰਾ ਪੁੱਤ, ਪੈਗ ਲਾਈਏ। ਨਾਜਰ ਨੇ ਕੋਸ਼ਿਸ਼ ਕੀਤੀ। ਕੁਝ ਦੇਰ ਬਾਅਦ ਰਾਜੂ ਉਹਨਾਂ ਨਾਲ ਨੀਚੇ ਆ ਗਿਆ। ਸ਼ਾਮ ਦੇ 6 ਵਜੇ ਪੈਬ ਤੇ ਮਸ਼ੈਲ ਆਏ। ਉਹਨਾਂ ਨੂੰ ਸਭ ਤੋਂ ਪਹਿਲਾਂ ਰਾਣੀ ਮਿਲੀ। ਮਸ਼ੈਲ ਦੇ ਹੱਥ ਵਿੱਚ ਗੁਲਾਬੀ ਫੁੱਲਾਂ ਦਾ ਗੁਲਦਸਤਾ ਸੀ, ਜਿਸ ਦੇ ਫੁੱਲ ਉਸਦੀਆਂ ਗੱਲਾਂ ਨੂੰ ਛੂਹੰਦੇ ਹੋਣ ਕਰਕੇ ਉਸਦੀਆਂ ਗੱਲਾਂ ਹੋਰ ਵੀ ਗੁਲਾਬੀ ਲੱਗਦੀਆਂ ਸਨ। ਉਸਨੇ ਨਿਰਛਲ ਮੁਸਕਰਾਹਟ ਨਾਲ ਗੁਲਦਸਤਾ ਪ੍ਰੀਤੋ ਨੂੰ ਫੜਾਉਂਦਿਆਂ ਹੈਲੋ ਕਹਿ ਕੇ ਉਸਨੂੰ ਜੱਫੀ ਪਾ ਲਈ। ਉਸਦੀ ਗੱਲ ਨਾਲ ਗੱਲ ਲਗਾ ਕੇ ਚੁੰਮਣ ਦਿੱਤਾ ਤੇ ਫਿਰ ਉਹ ਨਾਜਰ ਨੂੰ ਜੱਫੀ ਪਾਉਣ ਲਈ ਉਸ ਵੱਲ ਮੁੜੀ। ਨਾਜਰ ਨੇ ਹੈਰਾਨੀ ਅਤੇ ਝਿਜਕ ਨਾਲ ਉਸਦੇ ਸਿਰ ਤੇ ਹੱਥ ਫੇਰਿਆ। ਪੰਜਾਬੀ ਸਹੁਰਾ ਭਲਾ ਨੂੰਹ ਨੂੰ ਕਿਵੇਂ ਜੱਫੀ ਵਿੱਚ ਲੈ ਸਕਦਾ ਸੀ? ਰਾਜੂ ਨੇ ਦੂਰੋਂ ਹੀ ਉਹਨਾਂ ਨੂੰ ਹੱਥ ਖੜਾ ਕਰਕੇ ਹੈਲੋ ਕੀਤੀ, ਪਰ ਬਾਅਦ ਵਿੱਚ ਮਸ਼ੈਲ ਉਸ ਨੂੰ ਵੀ ਮਿਲਣ ਲਈ ਉਸ ਕੋਲ ਚਲੀ ਗਈ। ਪੈਬ ਨੇ ਮਾਫੀ ਮੰਗਦਿਆਂ ਮੁਸਕਰਾਹਟ ਨਾਲ ਮਾਂ-ਬਾਪ ਦੋਵਾਂ ਨੂੰ ਵਾਰ-ਵਾਰ ਜੱਫੀ ਪਾਈ ਤੇ ਨਾਲ ਹੀ ਮੈਂ ਸੌਰੀ ਆਖਿਆ। ਰਾਣੀ ਤੇ ਰਾਜੂ ਪੂਰੀ ਚੌਕਸੀ ਨਾਲ ਹਾਲਾਤ ਤੇ ਨਜ਼ਰ ਰੱਖ ਰਹੇ ਸਨ। ਲੋੜ ਪੈਣ ਤੇ ਉਹਨਾਂ ਨੇ ਮਿੱਥੀ ਸਕੀਮ ਅਨੁਸਾਰ ਦਖਲ ਦੇ ਕੇ ਗੱਲਾਂ ਬਾਤਾਂ ਦਾ ਸਿਲਸਿਲਾ ਬਦਲਣ ਦੀ ਕੋਸ਼ਿਸ਼ ਕਰਨੀ ਸੀ। ਲੰਮੀ ਲੰਜੀ ਤੇ ਸ਼ਮਕ ਜਿਹੀ ਮੁਟਿਆਰ ਮਸ਼ੈਲ ਨੇ ਨੀਲੀ ਪਤਲੂਨ ਨਾਲ ਚਿੱਟਾ ਬਲਾਊਜ਼ ਪਹਿਨਿਆ ਸੀ ਤੇ ਲੰਬਾ ਕਾਲਾ ਕੋਟ, ਜਿਹੜਾ ਉਸਨੇ ਲਾ ਕੇ ਸੋਫੇ ਦੀ ਬਾਂਹ ਤੇ ਰੱਖ ਲਿਆ। ਉਸਨੇ ਕੋਈ ਖਾਸ ਮੇਕਅਪ ਨਹੀਂ ਸੀ ਕੀਤਾ। ਉਸਦੀ ਸਾਦਗੀ ਹੀ ਉਸਦੇ ਸੁਹੱਪਣ ਨੂੰ ਨਿਖਾਰ ਰਹੀ ਸੀ। ਪ੍ਰੀਤੋ ਵੱਲ ਵੇਖਦਿਆਂ ਉਸਨੇ ਉਸਦਾ ਹੱਥ ਫੜ ਲਿਆ। ਮਮ, ਯੂ ਲੁੱਕ ਸੋ ਬਿਊਟੀਫੁਲ। ਉਸਨੇ ਇਹ ਸ਼ਬਦ ਸਹੀ ਹੀ ਕਹੇ ਸਨ। ਪ੍ਰੀਤੋ ਸੱਚੀ ਬਹੁਤ ਸੁੰਦਰ ਲੱਗ ਰਹੀ ਸੀ। ਉਸਨੂੰ ਗੱਲ ਸਮਝ ਵੀ ਆ ਗਈ। ਆਪਣੀ ਤਾਰੀਫ ਸੁਣ ਕੇ ਉਸਦੇ ਚਿਹਰੇ ਦੇ ਪੱਠੇ ਢਿੱਲੇ ਹੋ ਗਏ ਸਨ ਤੇ ਉਹ ਮੁਸਕਰਾਈ। ਥੈਂਕ ਯੂ ਕਹਿ ਕੇ ਇੱਕ ਵਾਰੀ ਫੇਰ ਮਸ਼ੈਲ ਵੱਲ ਵੇਖਿਆ। ਕੁੜੀ ਉਸਨੂੰ ਸੁਨੱਖੀ ਹੋਣ ਦੇ ਨਾਲ-ਨਾਲ ਚੰਗੇ ਸੁਭਾਅ ਦੀ ਵੀ ਲੱਗੀ ਸੀ, ਪਰ ਉਹ ਅਜਿਹਾ ਕਹਿ ਨਹੀਂ ਸੀ ਸਕਦੀ। ਮਸ਼ੈਲ, ਇੰਗਲਿਸ਼ ਟੀ ਔਰ ਇੰਡੀਅਨ? ਰਾਣੀ ਨੇ ਪੁੱਛਿਆ। ਆਈ ਲਾਈਕ ਇੰਡੀਅਨ ਟੀ ਪਲੀਜ਼ ਵਿਦ ਲਿਟਲ ਮਿਲਕ। ਰਾਣੀ ਨੇ ਉਸ ਨਾਲ ਪਹਿਲਾਂ ਵੀ ਚਾਹ ਪੀਤੀ ਸੀ। ਉਹ 3-4 ਵਾਰ ਉਸਨੂੰ ਮਿਲ ਚੁੱਕੀ ਸੀ ਤੇ ਉਹ ਇੱਕ ਦੂਜੇ ਨੂੰ ਪਸੰਦ ਵੀ ਕਰਦੀਆਂ ਸਨ, ਪਰ ਮਾਂ-ਬਾਪ ਤੋਂ ਲੁਕਾ ਰੱਖਿਆ ਸੀ। ਰਾਜੂ ਤਾਂ ਉਸਨੂੰ ਕਈ ਵਾਰ ਮਿਲਿਆ ਸੀ। ਰਾਣੀ ਨੇ ਇਸ਼ਾਰੇ ਨਾਲ ਉਸਨੂੰ ਕਿਚਨ ਵਿੱਚ ਸੱਦ ਲਿਆ ਤੇ ਉਹ ਗੱਲਾਂ ਕਰਦੀਆਂ ਚਾਹ ਬਣਾਉਣ ਲੱਗੀਆਂ। ਨਾ ਤੂੰ ਚੋਰਾਂ ਵਾਂਗੂ ਭੱਜ ਗਿਆ, ਤੈਨੂੰ ਸ਼ਰਮ ਨਾ ਆਈ? ਪ੍ਰੀਤੋ ਨੇ ਗਵਾਰ ਕੱਢਿਆ। ਮਮ, ਮੇਰਾ ਇਹੋ ਜਿਹਾ ਕੋਈ ਇਰਾਦਾ ਨਹੀਂ ਸੀ, ਪਰ ਮੈਨੂੰ ਲੱਗਦਾ ਸੀ ਤੁਸੀਂ ਕਿਸੇ ਪੰਜਾਬੀ ਕੁੜੀ ਨਾਲ ਮੈਨੂੰ ਬੰਨ੍ਹ ਦੇਣਾ ਤੇ ਫਿਰ ਕੰਮ ਹੋਰ ਖਰਾਬ ਹੋ ਜਾਣਾ ਸੀ। ਅਸੀਂ ਕਿਹੜਾ ਤੇਰੇ ਦੁਸ਼ਮਣ ਆ? ਕੋਈ ਚੰਗੀ ਕੁੜੀ ਲੱਭ ਦੇ। ਦਰਅਸਲ ਪ੍ਰੀਤੋ ਦੇ ਭਰਾ ਨੇ ਕਿਸੇ ਕੁੜੀ ਦੀ ਦੱਸ ਪਾਈ ਸੀ।
ਘਰ ਚੰਗਾ ਸੀ ਤੇ ਕੁੜੀ ਵੀ ਸੋਹਣੀ ਸੀ। ਉਹ ਕੁੜੀ ਦੀ ਫੋਟੋ ਉਡੀਕ ਰਹੇ ਸਨ ਤੇ ਫੋਟੋ ਦਿਖਾ ਕੇ ਉਹਨਾਂ ਨੇ ਪੈਵ ਨਾਲ ਗੱਲ ਪੱਕੀ ਕਰਨ ਦੀ ਠਾਣੀ ਹੋਈ ਸੀ। ਮਮ, ਹਜ਼ਾਰਾਂ ਲੱਖਾਂ ਕੁੜੀਆਂ ਸੋਹਣੀਆਂ ਤੇ ਬੜੀਆਂ ਲਿਖੀਆਂ, ਪਰ ਮਿਸ਼ੈਲ ਇੱਕੋ ਹੈ ਜਿਸ ਨੂੰ ਮੈਂ ਪਿਆਰ ਕਰਦਾ ਤੇ ਉਹ ਮੈਨੂੰ। ਤੁਸੀਂ ਮੇਰੇ ਦਿਲ ਨੂੰ ਸਮਝਣ ਦਾ ਯਤਨ ਨਹੀਂ ਕਰਦੇ। ਪੈਵ ਦੀ ਗੱਲ ਨੇ ਉਹਨਾਂ ਨੂੰ ਚੁੱਪ ਕਰਾ ਦਿੱਤਾ। ਵੈਸੇ ਵੀ ਹੁਣ ਇਸ ਬਹਿਸ ਦਾ ਕੋਈ ਫਾਇਦਾ ਨਹੀਂ ਸੀ ਹੋਣਾ। ਪੈਵ ਨੇ ਸਪਸ਼ਟ ਸੰਕੇਤ ਦਿੱਤਾ ਸੀ। ਰਾਣੀ ਤੇ ਮਿਸ਼ੈਲ ਚਾਹ ਲੈ ਕੇ ਆ ਗਈਆਂ। ਚਾਹ ਦਾ ਸਮਾਨ ਮੇਜ਼ ਤੇ ਰੱਖ ਕੇ ਉਹ ਸੋਫੇ ਤੇ ਆਪਣੀ ਸੀਟ ਮੱਲ ਕੇ ਬਹਿ ਗਈਆਂ। ਰਾਣੀ ਨੇ ਚਾਹ ਕੱਪਾਂ ਵਿੱਚ ਪਾਉਂਦਿਆਂ ਗੱਲ ਬਦਲੀ। ਮਿਸ਼ੈਲ, ਤੇਰੇ ਮਮ ਡੈਡ ਕੰਮ ਕਰਦੇ ਆ ਜਾਂ ਰਿਟਾਇਰਡ ਹੋ ਗਏ? ਦੇ ਬੋਥ ਆਰ ਵਰਕਿੰਗ। ਮਾਈ ਮਮ ਇਜ਼ ਅ ਟੀਚਰ ਐਂਡ ਮਾਈ ਡੈਡ ਇਜ਼ ਅ ਸਿਵਲ ਇੰਜੀਨੀਅਰ। ਰਾਣੀ ਨੇ ਪੰਜਾਬੀ ਵਿੱਚ ਮਾਂ ਪਿਓ ਨੂੰ ਸਮਝਾਇਆ। ਉਹਨਾਂ ਦੀਆਂ ਚੰਗੀਆਂ ਨੌਕਰੀਆਂ ਤੇ ਪੜ੍ਹਾਈ ਲਿਖਾਈ ਨੇ ਨਾਜ਼ਰ ਤੇ ਜ਼ਰੂਰ ਚੰਗਾ ਪ੍ਰਭਾਵ ਪਾਇਆ। ਕੁੜੀ ਦੇ ਸਲੀਕੇ ਦੀ ਉਸ ਨੂੰ ਹੁਣ ਪੂਰੀ ਸਮਝ ਲੱਗੀ। ਗੱਲਾਂ ਚੱਲਦੀਆਂ ਰਹੀਆਂ। ਡੈਡ, ਵੀਰ ਜਾਂ ਵਿਸਕੀ? ਰਾਜੂ ਨੇ ਪੁੱਛਿਆ। ਵਿਸਕੀ ਠੀਕ ਹੈ। ਪੈਵ ਨੇ ਰਾਜੂ ਵੱਲ ਵੇਖਿਆ। ਬਕਾਰਡੀ ਤੇ ਕੋਕ। ਦੋਵੇਂ ਮੁੰਡੇ ਡਰਿੰਕ ਲੈਣ ਕਿਚਨ ਵਿੱਚ ਚਲੇ ਗਏ, ਜਿੱਥੇ ਰਾਣੀ ਤੇ ਮਿਸ਼ੈਲ ਪਹਿਲਾਂ ਹਾਜ਼ਰ ਸਨ। ਡਰਿੰਕ ਲੈ ਕੇ ਉਹ ਵਾਪਸ ਆਏ ਤੇ ਪ੍ਰੀਤੋ ਬੋਲੀ, ਵੇ ਇਹ ਤੇਰੀ ਸਿਗਰਟਾਂ ਤਾਂ ਨਹੀਂ ਪੀਂਦੀ? ਨਹੀਂ ਮਮ, ਨਾ ਇਹਦੇ ਮਾਪਿਓ ਤੇ ਨਾ ਇਹ ਸਿਗਰਟਾਂ ਵਗੈਰਾ ਨਹੀਂ ਪੀਂਦੇ। ਇਹ ਕਦੇ ਕਦਾਈ ਸ਼ੈਂਪੇਨ ਦੇ 2 ਘੁੱਟ ਤਾਂ ਲੈ ਲੈਂਦੀ ਹੈ। ਜੇ ਇਹਦੇ ਨਾਲ ਹੀ ਇਹਨੇ ਵਿਆਹ ਕਰਨਾ ਤੇ ਵਿਆਹ ਗੁਰਦੁਆਰੇ ਹੋਊ। ਪ੍ਰੀਤੋ ਨੇ ਸ਼ਰਤ ਰੱਖ ਦਿੱਤੀ। ਮਮ, ਇਹ ਤਾਂ ਖੁਸ਼ ਹੋਣਗੇ। ਉਹ ਕਹਿੰਦੇ ਅਸੀਂ ਤਾਂ ਕੋਈ ਇੰਡੀਅਨ ਵਿਆਹ ਹੀ ਨਹੀਂ ਦੇਖਿਆ। ਗੁਰਦੁਆਰੇ ਦਾ ਪਤਾ ਕਰੋ, ਜਿੰਨੀ ਜਲਦੀ ਹੋ ਸਕਦਾ ਵਿਆਹ ਕਰ ਦਈਏ, ਨਹੀਂ ਤਾਂ ਲੋਕਾਂ ਨੇ ਖਹਿੜਾ ਨਹੀਂ ਛੱਡਣਾ ਵੀ ਮੁੰਡਾ ਬਿਨਾਂ ਵਿਆਹ ਗੋਰੀ ਨਾ ਰਹਿੰਦਾ। ਪ੍ਰੀਤੋ ਨੇ ਹਥਿਆਰ ਸੁੱਟ ਦਿੱਤੇ। ਸ਼ਾਮ ਸੋਹਣੀ ਨਿਕਲ ਗਈ ਤੇ ਨਾਜ਼ਰ ਤੇ ਕੁੜੀ ਦਾ ਚੰਗਾ ਪ੍ਰਭਾਵ ਪਿਆ ਸੀ। ਉਸਨੇ ਇਸ ਦੀ ਪ੍ਰੌੜਤਾ ਵਿੱਚ ਕਿਹਾ ਕੁਝ ਨਹੀਂ ਸੀ। ਵਿਸਾਖੀ ਤੋਂ ਕੁਝ ਦਿਨ ਪਹਿਲਾਂ ਉਹਨਾਂ ਨੇ ਵਿਆਹ ਰੱਖ ਲਿਆ। ਮਿਸ਼ੈਲ ਦੇ ਮਾਪਿਆਂ ਨੂੰ ਉਹ ਇੱਕ ਵਾਰੀ ਪੈਵ ਦੇ ਫਲੈਟ ਵਿੱਚ ਮਿਲ ਚੁੱਕੇ ਸਨ। ਕੁਝ ਕੁ ਬੋਲੀ ਦੀ ਸਮੱਸਿਆ ਕਾਰਨ ਬਹੁਤੀ ਗੱਲਬਾਤ ਨਹੀਂ ਸਨ ਕਰ ਸਕੇ। ਉਂਝ ਉਹਨਾਂ ਨੂੰ ਮਿਸ਼ੈਲ ਦੇ ਮਾਪਿਓ ਵੀ ਚੰਗੇ ਲੱਗੇ ਸਨ। ਬੀਤੇ ਸਮੇਂ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਇਸ ਵਿਆਹ ਲਈ ਤਿਆਰ ਕਰ ਲਿਆ ਸੀ। ਕੁਝ ਕੁ ਖਾਸ ਦੋਸਤਾਂ ਨੂੰ ਉਹ ਬਹਾਨੇ ਨਾਲ ਦੱਸਣ ਵੀ ਲੱਗ ਪਏ ਸਨ। ਵਿਸਾਖੀ ਨੂੰ ਵਿਆਹ ਕਰਨਾ ਪੈਵ ਦਾ, ਟਾਈਮ ਰੱਖਿਓ, ਤਰੀਕ ਪੱਕੀ ਕਰਕੇ ਤੁਹਾਨੂੰ ਦੱਸਾਂਗੇ। ਜਾਂ ਉਸ ਤੋਂ ਪਹਿਲਾਂ ਵਾਰ ਜਾਂ ਵਿਸਾਖੀ ਤੋਂ ਅਗਲਾ। ਵਧਾਈਆਂ ਬਾਈ, ਕਿੱਥੇ ਕੀਤਾ ਰਿਸ਼ਤਾ? ਟਾਈਮ ਬਦਲ ਗਿਆ ਜੀ। ਹੁਣ ਤਾਂ ਨਿਆਣੇ ਆਪ ਹੀ ਆਪਦੀ ਮਰਜ਼ੀ ਦਾ ਸਾਥ ਲੱਭ ਲੈਣ। ਚੰਗਾ ਏ, ਜ਼ਿੰਦਗੀ ਵੀ ਉਹਨਾਂ ਨੇ ਕੱਟਣੀ ਆ। ਸਾਡੇ ਵਾਲੇ ਟਾਈਮ ਤਾਂ ਹੁਣ ਰਹੇ ਨਹੀਂ। ਹੈ ਤਾਂ ਕੁੜੀ ਗੋਰੀ, ਪਰ ਘਰਾਣਾ ਬਹੁਤ ਚੰਗਾ। ਵੱਡੀ ਗੱਲ, ਬੱਚੇ ਖੁਸ਼ ਆ। ਵਿਆਹ ਵਾਲੇ ਦਿਨ ਗੋਰੇ ਤਾਂ 30-35 ਕੀ ਹਾਜ਼ਰ ਸਨ। ਉਹਨਾਂ ਦੇ ਵਿਆਹਾਂ ਵਿੱਚ ਘੱਟ ਹੀ ਹੁੰਦਾ। ਨਾਜ਼ਰ ਨੇ ਵਾਹਵਾ ਰੌਣਕ ਕੀਤੀ ਸੀ। ਆਨੰਦ ਕਾਰਜ ਵੇਲੇ ਗੋਰੇ ਤਾਂ ਸਮੇਂ ਸਿਰ ਪਹੁੰਚ ਗਏ, ਪਰ ਨਾਜ਼ਰ ਹੁਣੀ ਘੰਟਾ ਭਰ ਲੇਟ ਹੋ ਗਏ। ਮਾਸਟਰ ਪਹਿਲਾਂ ਚਲਾ ਗਿਆ ਸੀ ਤਾਂ ਕਿ ਮਹਿਮਾਨਾਂ ਨੂੰ ਜੀ ਆਇਆਂ ਕਹਿ ਸਕੇ। ਉਸਨੇ ਜਦ ਮਿਸ਼ੈਲ ਦੇ ਪਿਓ ਨੂੰ ਵੇਖਿਆ ਤੇ ਝੱਟ ਪਛਾਣ ਲਿਆ। ਪੀਟਰ ਵਿਲੀਅਮਸਨ, ਤੁਸੀਂ? ਮਿਸ਼ੈਲ ਨਾਲ ਕਿਵੇਂ ਸੰਬੰਧਿਤ ਆ? ਮਿਸ਼ੈਲ ਮੇਰੀ ਧੀ ਆ, ਇਹ ਕੇਟੀ ਮੇਰੀ ਪਤਨੀ। ਉਹਨਾਂ ਨੇ ਹੱਥ ਮਿਲਾਏ। ਆਪਾਂ ਬਲੇਅਰ ਪੀਚ ਦੇ ਕੇਸ ਸੰਬੰਧ ਵਿੱਚ ਕਿੰਨੀਆਂ ਹੀ ਮੀਟਿੰਗਾਂ ਵਿੱਚ ਮਿਲੇ ਆ, ਪਰ ਇਹ ਨਹੀਂ ਸੀ ਪਤਾ ਕਿ ਮਿਸ਼ੈਲ ਤੇ ਪੈਵ ਨੇ ਸਾਨੂੰ ਹੋਰ ਵੀ ਨੇੜੇ ਲਿਆਉਣਾ। ਬਲੇਅਰ ਪੀਚ ਇੱਕ ਟੀਚਰ ਸੀ ਜੋ ਐਂਟੀ ਨਾਜ਼ੀ ਲੀਗ ਦਾ ਸਰਗਰਮ ਮੈਂਬਰ ਸੀ। ਸਾਊਥ ਹਾਲ ਵਿੱਚ ਨਸਲਵਾਦੀਆਂ ਦੇ ਹਮਲਿਆਂ ਦੇ ਵਿਰੋਧ ਵਿੱਚ ਐਂਟੀ ਨਾਜ਼ੀ ਲੀਗ ਦੇ ਮੁਜ਼ਾਹਰੇ ਸਮੇਂ ਪੁਲਿਸ ਦੇ ਲਾਠੀਚਾਰਜ ਕਰਨ ਤੇ ਉਸ ਦੀ ਮੌਤ ਹੋ ਗਈ ਸੀ। ਇਸ ਕੇਸ ਦੀ ਪੈਰਵੀ ਐਂਟੀ ਨਾਜ਼ੀ ਲੀਗ ਨੇ ਕੀਤੀ ਸੀ। ਕੇਟੀ ਤੁਹਾਨੂੰ ਮਿਲ ਕੇ ਬਹੁਤ ਖੁਸ਼ ਹੋਈ। ਤੁਸੀਂ ਨਹੀਂ ਪੀਟਰ ਨਾਲ ਮੀਟਿੰਗਾਂ ਵਿੱਚ ਜਾਂਦੇ? ਇਹ ਟੀਚਰ ਯੂਨੀਅਨ ਦੀ ਮਿਡਲੈਕਸ ਏਰੀਆ ਦੀ ਸੈਕਟਰੀ ਆ। ਇਹਦੇ ਕੋਲ ਸਮਾਂ ਘੱਟ ਹੁੰਦਾ। ਮੈਂ ਵੀ ਸੋਚਦਾ ਸੀ ਪੈਵ ਨੇ ਮਿਸ਼ੈਲ ਨੂੰ ਕਿਸੇ ਖਾਸ ਕਾਰਨ ਕਰਕੇ ਚੁਣਿਆ ਹੋਵੇਗਾ। ਮੈਂ ਉਸ ਨੂੰ ਸ਼ੁਰੂ ਤੋਂ ਮੈਥ ਪੜਾਉਂਦਾ ਰਿਹਾ। ਉਹ ਅਗਾਂਹਵਧੂ ਵਿਚਾਰਾਂ ਦਾ ਮਾਲਕ ਹੈ। ਹਾਂ, ਪੈਵ ਦੇ ਵਿਚਾਰ ਬਹੁਤ ਚੰਗੇ ਹਨ ਤੇ ਉਸ ਦੀ ਇਤਿਹਾਸ ਬਾਰੇ ਕਾਫੀ ਜਾਣਕਾਰੀ ਹੈ। ਗੁਰਦੁਆਰੇ ਦੇ ਹਾਲ ਵਿੱਚ ਬਰਾਤ ਵੀ ਆ ਗਈ ਸੀ। ਮਾਸਟਰ ਨੇ ਨਾਜ਼ਰ ਨੂੰ ਪੀਟਰ ਬਾਰੇ ਦੱਸਿਆ ਤੇ ਉਹ ਹੋਰ ਵੀ ਹੈਰਾਨ ਹੋਇਆ। ਉਸਨੇ ਮਾਸਟਰ ਦੀ ਜ਼ਿੰਮੇਵਾਰੀ ਪੀਟਰ ਨੂੰ ਸਾਰੀਆਂ ਰਸਮਾਂ ਬਾਰੇ ਦੱਸਣ ਦੀ ਦੇ ਦਿੱਤੀ। ਆਨੰਦ ਕਾਰਜ ਬਾਅਦ ਇੱਕ ਸਕੂਲ ਦੇ ਹਾਲ ਵਿੱਚ ਪਾਰਟੀ ਦਾ ਪ੍ਰਬੰਧ ਕੀਤਾ ਗਿਆ। ਨਾਜ਼ਰ ਨੇ ਆਪਣੀ ਜਾਣ ਪਛਾਣ ਵਾਲੇ ਕਾਫੀ ਲੋਕ ਬੁਲਾਏ ਸਨ। ਖਾਣ ਪੀਣ ਵੀ ਮਨਪਸੰਦ ਦਾ ਸੀ ਤੇ ਲੋਕਾਂ ਨੇ ਖੂਬ ਭੰਗੜੇ ਪਾਏ। ਗੋਰਿਆਂ ਨੇ ਵੀ ਅਜਿਹੀ ਪਾਰਟੀ ਘੱਟ ਵੇਖੀ ਸੀ। ਪੈਵ ਨੇ ਵਾਈਨ ਵੀ ਲਿਆਂਦੀ ਹੋਈ ਸੀ। ਉਸ ਨੂੰ ਪਤਾ ਸੀ ਦੇਸੀ ਬੰਦੇ ਤਾਂ ਵਿਸਕੀ ਬਗਾੜੀ ਦੇ ਗਾਹਕ ਸਨ, ਪਰ ਗੋਰੇ ਵਾਈਨ ਜ਼ਿਆਦਾ ਪਸੰਦ ਕਰਦੇ। ਸ਼ਾਮ ਨੂੰ ਪਾਰਟੀ ਤਾਂ 5 ਵਜੇ ਤੱਕ ਚੱਲਦੀ ਰਹੀ। ਵਿਆਹੁਤਾ ਜੋੜਾ 2:30 ਵਜੇ ਚਲਾ ਗਿਆ ਸੀ। ਉਹਨਾਂ ਨੇ ਇਟਲੀ ਦੇ ਸ਼ਹਿਰ ਵੈਨਿਸ ਹਨੀਮੂਨ ਲਈ ਜਾਣਾ ਸੀ। ਨਾਜ਼ਰ ਦੇ ਕੁਝ ਮਿੱਤਰ ਵੀ ਘਰ ਆ ਗਏ ਤੇ ਦੇਰ ਰਾਤ ਤੱਕ ਵਿਆਹ ਦਾ ਜਸ਼ਨ ਚੱਲਦਾ ਰਿਹਾ। ਪ੍ਰੀਤੋ ਸਹੇਲੀਆਂ ਨਾਲ ਗੱਲਾਂ ਕਰਦੀ ਰਹੀ। ਨਾ ਕੋਈ ਪਾਣੀ ਵਾਰਿਆ, ਨਾ ਕਿਸੇ ਨੇ ਡੋਲੀ ਲਾਈ ਤੇ ਨਾ ਕੋਈ ਹੋਰ ਰਸਮ ਰਿਵਾਜ। ਵਿਆਹ ਦਾ ਪੂਰਾ ਚਾਅ ਨਾ ਕੀਤਾ। ਚਲੋ ਉਹ ਜਾਣੇ, ਨਿਆਣੇ ਖੁਸ਼ ਰਹਿਣ। ਲਿੰਡਾ ਹਾਰਪਰ ਬਣਨਾ ਜੈਕੀ ਲਈ ਔਖਾ ਸੀ। ਇੱਕ ਪੁਲਿਸ ਕਰਮਚਾਰੀ ਹੋ ਕੇ ਗੁਨਾਹ ਦੀ ਦੁਨੀਆ ਵਿੱਚ ਵਿਚਰਨਾ ਤੇ ਉਸ ਦਾ ਹਿੱਸਾ ਬਣ ਕੇ ਰਹਿਣਾ ਹੋਰ ਵੀ ਜ਼ਮੀਰ ਨੂੰ ਕੋਹੰਦਾ, ਪਰ ਗੁਨਾਹਗਾਰਾਂ ਨੂੰ ਸਜ਼ਾ ਦੇਣ ਲਈ ਇਹ ਸਭ ਕਰਨਾ ਜ਼ਰੂਰੀ ਸੀ। ਉਹ ਸੁਖਾਵੇਂ ਅੰਤਿਮ ਸਿੱਟਿਆਂ ਦੀ ਉਮੀਦ ਵਿੱਚ ਸਭ ਕੁਝ ਜਰ ਰਹੀ ਸੀ। ਪਹਿਲਾਂ ਤਾਂ ਉਸ ਨੂੰ ਆਪਣੀ ਸਵੈ ਭਰੋਸੇ ਵਾਲੀ ਭਲਵਾਨੀ ਚਾਲ ਨੂੰ ਬਦਲਣਾ ਪਿਆ। ਉਸ ਨੂੰ ਕੁੜੀਆਂ ਵਾਲੀ ਸੂਖਮਤਾ ਅਪਣਾਉਣ ਤੇ ਨਖਰੇ ਵਾਲੀ ਬੋਲਚਾਲ ਦੀ ਆਦੀ ਹੋਣ ਲਈ ਸੁਚੇਤ ਯਤਨ ਕਰਨੇ ਪਏ। ਉਹ ਹਰ ਸਮੇਂ ਕੰਮ ਤੇ ਸੁਚੇਤ ਰਹਿੰਦੀ ਸੀ। ਘਰ ਵਿੱਚ ਵੀ ਉਸਨੇ ਆਪਣੀ ਸਾਦਤ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਸੀ। ਕੰਮ
ਤੇ ਤਾਂ ਉਸਨੂੰ ਕਈ ਮੁੰਡਿਆਂ ਦੇ ਕਾਮਕ ਇਸ਼ਾਰੇ ਵੀ ਹੱਸ ਕੇ ਟਾਲਣੇ ਪੈਂਦੇ। ਆਮ ਹਾਲਾਤਾਂ ਵਿੱਚ ਉਹਨਾਂ ਵਿੱਚੋਂ ਬਹੁਤੇ ਤਾਂ ਉਸਦੇ ਇੱਕ ਮੁੱਕੇ ਦੀ ਮਾਰ ਸਨ। ਉਸਨੂੰ ਸਕਾਟ ਦੇ ਬੋਲ ਯਾਦ ਆਉਂਦੇ, ਪੁਲਿਸ ਦਾ ਕੰਮ ਹੀ ਅਜਿਹਾ ਹੈ, ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਹਰ ਕਿਸਮ ਦੀ ਸਥਿਤੀ ਲਈ ਤਿਆਰ ਰਹਿਣਾ ਪੈਂਦਾ। ਇਹ ਵੀ ਇੱਕ ਚੰਗੇ ਅਫਸਰ ਦਾ ਵੱਡਾ ਗੁਣ ਹੈ। ਉਹ ਆਪਣੇ ਆਪ ਵਿੱਚ ਅਜਿਹਾ ਗੁਣ ਪੈਦਾ ਕਰਕੇ ਸੰਤੁਸ਼ਟ ਸੀ। ਪਹਿਲਾਂ ਪਹਿਲ ਉਸਨੂੰ ਟਰੇ ਵਿੱਚ ਲੋਕਾਂ ਦਾ ਆਰਡਰ ਲਿਜਾਣ ਦਾ ਸਲੀਕਾ ਨਹੀਂ ਸੀ। ਜਲਦੀ ਹੀ ਉਹ ਇੱਕ ਹੰਢੀ ਵਰਤੀ ਵੇਟਰ ਵਾਂਗ ਕੰਮ ਕਰਨ ਲੱਗੀ। ਉਸਦਾ ਹੱਸਦਾ ਚਿਹਰਾ, ਸਬਰ, ਮਿਹਨਤੀ ਸੁਭਾਅ ਅਤੇ ਕੰਮ ਵਿੱਚ ਦਿਲਚਸਪੀ ਨੇ ਬੌਬ ਤੇ ਟੌਮ ਨੂੰ ਬਹੁਤ ਪ੍ਰਭਾਵਿਤ ਕੀਤਾ। ਹੁਣ ਉਸਨੂੰ ਕਦੇ-ਕਦੇ ਕੁੜੀਆਂ ਨਾਲ ਮਿਲਣ ਦਾ ਮੌਕਾ ਵੀ ਮਿਲ ਜਾਂਦਾ। ਇੱਕ ਦਿਨ ਨਵੀਂ ਆਈ ਕੁੜੀ ਰੋ ਰਹੀ ਸੀ ਤੇ ਟੌਮ ਨਾਲ ਉਸਦਾ ਔਖਾ ਭਾਰਾ ਹੋ ਰਿਹਾ ਸੀ। ਲਿੰਡਾ ਨੇ ਜਾ ਕੇ ਮੌਕਾ ਸੰਭਾਲਿਆ। ਟੌਮ, ਤੂੰ ਜਾ, ਮੈਂ ਇਹਦੇ ਨਾਲ ਗੱਲ ਕਰਦੀ ਆਂ। ਤੈਨੂੰ ਔਰਤ ਦੇ ਦਿਲ ਦੀ ਥਾਂ ਪਾਉਣ ਦਾ ਵੱਲ ਨਹੀਂ, ਉਸਨੇ ਮੁਸਕਰਾਉਂਦਿਆਂ ਕਿਹਾ ਤੇ ਟੌਮ ਨੂੰ ਕਮਰੇ ਵਿੱਚੋਂ ਬਾਹਰ ਭੇਜ ਦਿੱਤਾ। ਉਸਨੇ ਕੁੜੀ ਨੂੰ ਧਿਆਨ ਨਾਲ ਵੇਖਿਆ ਤੇ ਉਸਦੀ ਮਾਸੂਮੀਅਤ ਤੇ ਸਿਰਫ ਤਰਸ ਹੀ ਕਰ ਸਕਦੀ ਸੀ ਤੇ ਅਜੇ ਉਸਦੀ ਕੋਈ ਮਦਦ ਨਹੀਂ ਸੀ ਕਰ ਸਕਦੀ। ਉਸਨੇ ਕੁੜੀ ਦੀ ਗੱਲ ਤੇ ਹੱਥ ਰੱਖ ਕੇ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ। ਕੁਝ ਦੇਰ ਪਹਿਲਾਂ ਇਸੇ ਗੱਲ ਤੇ ਟੌਮ ਨੇ ਥੱਪੜ ਮਾਰਿਆ ਸੀ। ਤੂੰ ਅੰਗਰੇਜ਼ੀ ਸਮਝਦੀ ਐ? ਥੋੜੀ। ਮੇਰੇ ਖਿਆਲ ਵਿੱਚ ਤੂੰ ਹਾਲਤ ਨੂੰ ਸਮਝਦੀ ਨਹੀਂ। ਜੋ ਤੈਨੂੰ ਇਹ ਕਹਿੰਦਾ ਤੇ ਕਰਨਾ ਤਾਂ ਪੈਣਾ, ਮਨ ਮਾਰਨਾ ਪੈਣਾ। ਤੇਰੇ ਕੋਲੇ ਹੋਰ ਕੋਈ ਰਾਹ ਨਹੀਂ। ਜੇ ਨਹੀਂ ਮੰਨੇਗੀ ਤਾਂ ਜ਼ੁਲਮ ਵੀ ਸਹੇਂਗੀ ਤੇ ਆਖਰ ਵਿੱਚ ਉਹੀ ਕੁਝ ਕਰਨ ਲਈ ਮਜਬੂਰ ਵੀ ਹੋਏਗੀ। ਉਹ ਕੁੜੀ ਨੂੰ ਸਮਝਾਉਂਦੀ ਰਹੀ। ਘੰਟੇ ਕੁ ਬਾਅਦ ਟੌਮ ਆਇਆ ਤੇ ਆ ਕੇ ਉਸ ਕੁੜੀ ਨੂੰ ਫੇਰ ਮੰਦਾ ਬੋਲਣ ਲੱਗਾ। ਅੱਗੋਂ ਕੁੜੀ ਵੀ ਉਸਨੂੰ ਜਵਾਬ ਦੇਣ ਲੱਗੀ। ਲਿੰਡਾ ਨੇ ਪੋਲਾ ਜਿਹਾ ਧੱਕਾ ਮਾਰ ਕੇ ਟੌਮ ਨੂੰ ਕਮਰੇ ਵਿੱਚੋਂ ਬਾਹਰ ਕੱਢ ਲਿਆ। ਮੈਨੂੰ 24 ਘੰਟੇ ਦੇ, ਜੇ ਨਾ ਮੰਨੀ ਤੂੰ ਆਪਦਾ ਜ਼ੋਰ ਲਾ ਲਈ, ਪਰ ਕਿਸੇ ਦੀ ਜ਼ਮੀਰ ਮਾਰਨ ਲਈ ਜ਼ਹਿਰ ਹੀ ਕੰਮ ਨਹੀਂ ਕਰਦੀ। ਬਹੁਤ ਵਾਰ ਸ਼ਾਇਦ ਉਸ ਤੋਂ ਵੀ ਕਾਰਗਰ ਸਾਬਤ ਹੁੰਦਾ। ਟੌਮ ਬਿਨਾਂ ਕੁਝ ਕਹੇ ਚਲਿਆ ਗਿਆ। ਲਿੰਡਾ ਨੇ ਆਪਣੀ ਪੂਰੀ ਮਿਹਨਤ ਅਤੇ ਸਬਰ ਨਾਲ ਕੁੜੀ ਦੇ ਖਾਨੇ ਕੌੜੀ ਸਚਾਈ ਪਾ ਦਿੱਤੀ। ਅਣਮੰਨੇ ਦਿਲ ਨਾਲ ਉਹ ਟੌਮ ਦੇ ਕਹੇ ਅਨੁਸਾਰ ਕੰਮ ਕਰਨ ਲਈ ਤਿਆਰ ਹੋ ਗਈ। ਲਿੰਡਾ ਆਪਣੇ ਆਪ ਨੂੰ ਬੇਬਸ ਸਮਝਦੀ ਸੀ ਤੇ ਉਹ ਬੇਬਸ ਸੀ ਵੀ। 2 ਦਿਨਾਂ ਬਾਅਦ ਰੰਧਾਵਾ ਤੇ ਬੌਬ ਦੋਵੇਂ ਪਹੁੰਚ ਗਏ। ਬੌਬ ਦੀਆਂ ਲਲਚਾਈਆਂ ਅੱਖਾਂ ਸਦਾ ਉਸਦਾ ਪਿੱਛਾ ਕਰਦੀਆਂ ਰਹਿੰਦੀਆਂ। ਉਸਨੂੰ ਵੀ ਖਤਰਾ ਬੌਬ ਤੇ ਟੌਮ ਤੋਂ ਹੀ ਸੀ। ਟੌਮ ਉਸਨੂੰ ਸੱਦ ਕੇ ਦਫ਼ਤਰ ਵਿੱਚ ਲੈ ਗਿਆ। ਇੱਕ ਨਿੱਕੀ ਨਹੁੰ ਕੱਟਣ ਵਾਲੀ ਕੈਂਚੀ ਉਸਨੇ ਆਪਣੀ ਜੇਬ ਵਿੱਚ ਲੁਕਾਈ ਹੋਈ ਸੀ। ਲਿੰਡਾ, ਅਸੀਂ ਤੇਰੇ ਕੰਮ ਤੋਂ ਬਹੁਤ ਖੁਸ਼ ਹਾਂ ਤੇ ਤੇਰੀ ਤਨਖਾਹ ਵਧਾ ਰਹੇ ਹਾਂ 10%। ਬੌਬ ਨੇ ਉਸ ਵੱਲ ਨੀਝ ਨਾਲ ਵੇਖਦਿਆਂ ਕਿਹਾ, ਮਿਹਰਬਾਨੀ, ਪਰ ਇਸ ਨਾਲ ਮੈਂ ਘਰ ਨਹੀਂ ਖਰੀਦ ਸਕਾਂਗੀ। ਉਸ ਦੇ ਜਵਾਬ ਨਾਲ ਉਹ ਪਲਕ ਲਈ ਚੁੱਪ ਹੋ ਗਏ। ਉਹਨਾਂ ਦੀਆਂ ਨਜ਼ਰਾਂ ਮਿਲੀਆਂ। ਲੋੜਵੰਦ ਲੋਕ ਉਹਨਾਂ ਦੇ ਜਾਲ ਵਿੱਚ ਜਲਦੀ ਫਸ ਜਾਂਦੇ ਸਨ ਤੇ ਲਿੰਡਾ ਉਹਨਾਂ ਨੂੰ ਲੋੜਵੰਦ ਲੱਗੀ। ਪੈਸੇ ਤਾਂ ਜਿੰਨੇ ਮਰਜ਼ੀ ਕਮਾ ਲੈ, ਪਰ ਲੋਕਾਂ ਨੂੰ ਟਰੇ ਵਿੱਚ ਬੀਅਰ ਵਿਸਕੀ ਵਰਤਾ ਕੇ ਇੰਨੇ ਕੀ ਬਣਦੇ ਆ। ਮੈਨੂੰ ਤੁਸੀਂ ਪੈਸੇ ਦਿਓ ਤੇ ਦੱਸੋ ਕੀ ਕੰਮ ਕਰਾਂ। ਕੁੜੀਆਂ ਨਾਲ ਤਾਂ ਮੇਰਾ ਵਰਤਾਅ ਤੁਸੀਂ ਦੇਖ ਹੀ ਲਿਆ। ਉਹਨਾਂ ਨੂੰ ਮੇਰੇ ਹਵਾਲੇ ਕਰ ਦਿਓ। ਉਹਨਾਂ ਨੂੰ ਧੰਦੇ ਲਈ ਤਿਆਰ ਕਰਨ ਦਾ ਜ਼ਿੰਮਾ ਮੇਰਾ। ਵੈਸੇ ਉਹਨਾਂ ਨੇ ਵਾਕੀ ਦੇ ਵਾਕ ਨੂੰ ਹਵਾ ਵਿੱਚ ਲਟਕਦਾ ਛੱਡ ਦਿੱਤਾ। ਵੈਸੇ ਕੀ? ਨਹੀਂ, ਕੁਝ ਨਹੀਂ। ਮੇਰੇ ਮਨ ਵਿੱਚ ਇੱਕ ਖਿਆਲ ਸੀ, ਪਰ ਮੈਂ ਅਜੇ ਤੁਹਾਡੀ ਵਿਸ਼ਵਾਸ ਪਾਤਰ ਨਹੀਂ, ਸੋ ਚੁੱਪ ਹੀ ਭਲੀ ਹੈ। ਉਹ ਉੱਠ ਕੇ ਜਾਣ ਲੱਗੀ। ਰੰਧਾਵੇ ਨੇ ਉਸਨੂੰ ਬੈਠਣ ਲਈ ਕਿਹਾ ਤੇ ਉਹ ਬਹਿ ਗਈ। ਵਿਸ਼ਵਾਸ ਤਾਂ ਸਮੇਂ ਤੇ ਕੰਮ ਨਾਲ ਹੀ ਬਣਦਾ। ਤੂੰ ਆਪਦੀ ਗੱਲ ਦੱਸ, ਬੌਬ ਬੋਲਿਆ। ਤੁਸੀਂ ਕੁੜੀਆਂ ਤੋਂ ਕਮਾਈ ਤਾਂ ਕਰਦੇ ਹੀ ਐ ਤੇ ਕਰੀ ਵੀ ਜਾਣੀ ਹੈ। ਉਹਨਾਂ ਦੀ ਕਮਾਈ ਦਾ ਕੁਝ ਹਿੱਸਾ ਉਹਨਾਂ ਦੇ ਘਰ ਭੇਜ ਦਿਆ ਕਰੋ ਤੇ ਹਫ਼ਤੇ ਵਿੱਚ ਇੱਕ ਅੱਧੀ ਵਾਰ ਉਹਨਾਂ ਦੀ ਘਰ ਗੱਲ ਕਰਾ ਦਿਆ ਕਰੋ, ਤਾਂ ਉਹ ਕੰਮ ਹੋਰ ਵੀ ਖੁਸ਼ੀ ਨਾਲ ਕਰਨਗੀਆਂ। ਇਹ ਮੇਰਾ ਖਿਆਲ ਹੈ। ਪਰ ਉਹ ਟੈਲੀਫੋਨ ਤੇ ਭੇਜ ਵੀ ਦੇ ਸਕਦੀਆਂ। ਆਪਣੀ ਹਾਜ਼ਰੀ ਵਿੱਚ ਗੱਲ ਕਰਾਓ। ਪੈਸੇ ਭੇਜਣ ਨਾਲ ਉਹਨਾਂ ਦੇ ਮਾਪਿਆਂ ਨੂੰ ਤਸੱਲੀ ਹੋਊ ਕਿ ਕੁੜੀ ਕੰਮ ਕਰਦੀ ਹੈ ਤੇ ਹੋਰ ਲੋਕਾਂ ਕੋਲ ਵੀ ਗੱਲ ਕਰਨਗੇ। ਗੱਲ ਉਹਨਾਂ ਦੇ ਦਿਲ ਲੱਗ ਗਈ। ਉਹਨਾਂ ਨੇ ਇਸ ਦੀ ਜ਼ਿੰਮੇਵਾਰੀ ਵੀ ਲਿੰਡਾ ਨੂੰ ਦੇ ਦਿੱਤੀ। ਵੱਡੀ ਸਫਲਤਾ ਵੱਲ ਉਹ ਇਸ ਦਾ ਪਹਿਲਾ ਕਦਮ ਸੀ ਤੇ ਉਹ ਖੁਸ਼ ਸੀ। ਘਰ ਪਹੁੰਚ ਕੇ ਉਹਨਾਂ ਨੇ ਸਕਾਟ ਨੂੰ ਈਮੇਲ ਪਾਈ ਤੇ ਮਿਲਣ ਦਾ ਪ੍ਰੋਗਰਾਮ ਬਣਾਉਣ ਲਈ ਕਿਹਾ। ਉਸ ਨੂੰ ਜਵਾਬ ਆਇਆ। ਕੱਲ 2 ਵਜੇ ਨੋਵੋਟਲ ਹੋਟਲ ਹੈਮਰਸਮਿਥ। ਜੈਕੀ ਨੇ ਅੰਡਰਗਰਾਉਂਡ ਟ੍ਰੇਨ ਲਈ ਤੇ ਹੈਮਰਸਮਿਥ ਸਟੇਸ਼ਨ ਤੇ ਪਹੁੰਚ ਗਈ। ਉਹਨਾਂ ਨੇ ਸਮਾਂ ਵੇਖਿਆ ਤੇ ਹੋਟਲ ਵੱਲ ਚੱਲ ਪਈ। ਇਹ 5 ਤਾਰਾ ਹੋਟਲ ਸੀ ਤੇ ਸਕਾਟ ਨੇ ਜਾਣਬੁੱਝ ਕੇ ਹੀ ਚੁਣਿਆ ਸੀ। ਦੁਪਹਿਰ ਦੇ ਸਮੇਂ ਰੈਸਟੋਰੈਂਟ ਵਿੱਚ ਗਾਹਕ ਬਹੁਤ ਘੱਟ ਹੁੰਦੇ ਸਨ ਤੇ ਉਹ ਨਿਸ਼ਚਿਤ ਹੋ ਕੇ ਗੱਲ ਕਰ ਸਕਦੇ ਸੀ। ਜਦ ਜੈਕੀ ਪਹੁੰਚੀ ਤਾਂ ਸਕਾਟ ਬੈਠਾ ਕੁਝ ਪੜ੍ਹ ਰਿਹਾ ਸੀ। ਉਹ ਉਸ ਦੀ ਸਾਹਮਣੀ ਕੁਰਸੀ ਤੇ ਜਾ ਬੈਠੀ। ਆ ਜੈਕੀ। ਉਸਨੇ ਉੱਠ ਕੇ ਆਓ ਭਗਤ ਵਜੋਂ ਉਸ ਦੀ ਗੱਲ ਤੇ ਚੁੰਮਣ ਦਿੱਤਾ। ਕਿਵੇਂ ਚੱਲ ਰਿਹਾ ਜੈਕੀ? ਅੱਜ ਤੱਕ ਤਾਂ ਠੀਕ ਹੈ। ਜੈਕੀ ਨੇ ਉਸਨੂੰ ਸਾਰੀ ਰਿਪੋਰਟ ਦਿੱਤੀ। ਜੈਕੀ, ਤੇਰਾ ਕੰਮ ਬਹੁਤ ਵਧੀਆ, ਤੇਰੀ ਮਿਹਰਬਾਨੀ। ਆਪਾਂ ਇਹਨਾਂ ਨੂੰ ਤਾਂ ਅੱਜ ਵੀ ਫੜ ਸਕਦੇ ਹਾਂ, ਪਰ ਪੂਰੇ ਗਰੋਹ ਨੂੰ ਕਾਬੂ ਕਰਨ ਲਈ ਕੁਝ ਸਮਾਂ ਲੱਗਣਾ। ਆਪਾਂ ਨੂੰ ਪੋਲੈਂਡ ਤੇ ਹੋਰ ਪੂਰਬੀ ਯੂਰਪ ਦੇ ਗਰੋਹ ਦੇ ਲੀਡਰਾਂ ਦਾ ਪਤਾ ਚਾਹੀਦਾ। ਤੇਰੀ ਜਾਣਕਾਰੀ ਜੋ ਤੂੰ ਕੁੜੀਆਂ ਤੋਂ ਪ੍ਰਾਪਤ ਕਰਕੇ ਭੇਜੀ ਸੀ, ਉਸ ਲਈ ਮੈਂ ਪੋਲੈਂਡ ਪੁਲਿਸ ਨਾਲ ਗੱਲ ਕਰ ਰਿਹਾ ਤੇ ਉਹ ਹਰ ਕਿਸਮ ਦੀ ਮਦਦ ਕਰਨਗੇ। ਉਹਨਾਂ ਨੇ ਪਿੱਛਾ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ, ਸਕਾਟ ਨੇ ਦੱਸਿਆ। ਮੈਂ ਖੁਦ ਪੋਲੈਂਡ ਜਾਣਾ ਚਾਹੁੰਦੀ ਹਾਂ। ਮੇਰੇ ਮਨ ਵਿੱਚ ਇੱਕ ਸਕੀਮ ਹੈ, ਜੇ ਸਿਰੇ ਚੜ ਗਈ ਤਾਂ ਉਹ ਮੈਨੂੰ ਭੇਜਣਗੇ। ਪੋਲੈਂਡ ਵਿੱਚ ਆਪਣਾ ਵੀ ਕੋਈ ਏਜੰਟ ਹੋਵੇ ਤਾਂ ਚੰਗਾ ਹੈ। ਤੂੰ ਠੀਕ ਕਿਹਾ। ਮੈਂ ਗ੍ਰਾਹਮ ਨਾਲ ਗੱਲ ਕੀਤੀ ਸੀ। ਉਸ ਦੀ ਗਰਲਫ੍ਰੈਂਡ ਪੋਲਿਸ਼ ਹੈ। ਉਹ ਕੰਮ ਕਰਨ ਲਈ ਤਿਆਰ ਹੈ। ਪਰਸੋਂ ਉਹ ਪੋਲੈਂਡ ਜਾ ਰਹੇ ਨੇ। ਉਹਨਾਂ ਨੇ ਸਾਰੀ ਗੱਲ ਤੈਅ ਕਰ ਲਈ ਸੀ। ਅਗਲੀ ਮੀਟਿੰਗ ਦਾ ਸਮਾਂ ਤੇ ਸਥਾਨ ਵੀ ਚੁਣ ਲਿਆ ਸੀ। ਜੈਕੀ ਉੱਠਣ ਲੱਗੀ ਤਾਂ ਸਕਾਟ ਨੇ ਉਸ ਨੂੰ ਰੋਕ ਲਿਆ। ਮੈਨੂੰ ਤੇਰਾ ਬਹੁਤ ਫਿਕਰ ਹੈ।
ਜੇ ਉਹਨਾਂ ਨੇ ਤੇਰੇ ਤੇ ਕਿਸੇ ਕਿਸਮ ਦਾ ਹਮਲਾ ਕੀਤਾ ਤਾਂ ਤੇਰੀ ਸੁਰੱਖਿਆ ਖਤਰੇ ਵਿੱਚ ਪੈ ਸਕਦੀ ਹੈ। ਮੈਂ ਤੇਰੇ ਲਈ ਇੱਕ ਸੌਗਾਤ ਲਿਆਂਦੀ ਹੈ। ਉਸਨੇ ਜੇਬ ਵਿੱਚੋਂ ਇੱਕ ਛੋਟਾ ਜਿਹਾ ਪੈਕਟ ਕੱਢਿਆ ਤੇ ਜੈਕੀ ਨੂੰ ਫੜਾ ਦਿੱਤਾ। ਜੈਕੀ ਨੇ ਸਵਾਲੀਆ ਨਜ਼ਰਾਂ ਨਾਲ ਉਸ ਵੱਲ ਵੇਖਿਆ। ਇਹ ਟੇਜ਼ਰ ਹੈ। ਹਮਲਾ ਹੋਣ ਦੀ ਸੂਰਤ ਵਿੱਚ ਜੇ ਤੇਰੀ ਸੁਰੱਖਿਆ ਖਤਰੇ ਵਿੱਚ ਹੋਈ ਤਾਂ ਇਸ ਦੀ ਵਰਤੋਂ ਕਰੀ। ਇਸ ਦੀ ਸੂਈ ਖੋਭ ਦਵੇਂ ਤਾਂ ਬੰਦਾ ਕੁਝ ਦੇਰ ਲਈ ਡਿੱਗ ਪੈਂਦਾ। ਇਸ ਵਿੱਚੋਂ ਬਿਜਲੀ ਦਾ ਕਰੰਟ ਨਿਕਲਦਾ। ਤੈਨੂੰ ਪਤਾ ਹੀ ਆ, ਇਹਦੇ ਨਾਲ ਬੰਦੇ ਦੀ ਮੌਤ ਨਹੀਂ ਹੁੰਦੀ, ਪਰ ਕੁਝ ਮਿੰਟਾਂ ਲਈ ਉਹ ਮਰਿਆਂ ਵਰਗਾ ਹੋ ਜਾਂਦਾ। ਸਕਾਟ ਨੇ ਉਸਨੂੰ ਜਾਣਕਾਰੀ ਦਿੱਤੀ। ਜੈਕੀ ਖੁਦ ਸੀ। ਸਕਾਟ ਉਸਦਾ ਖਿਆਲ ਰੱਖ ਰਿਹਾ ਸੀ। ਹੁਣ ਉਸਦੀ ਨਿਡਰਤਾ ਉਸਦੇ ਚਿਹਰੇ ਤੇ ਸਪਸ਼ਟ ਦਿਸ ਰਹੀ ਸੀ। ਉਹ ਦੋਵੇਂ ਸਟੇਸ਼ਨ ਵੱਲ ਨੂੰ ਚੱਲ ਪਏ। ਸਕਾਟ ਨੇ ਰਿਪੋਰਟ ਅੱਗੇ ਪੜ੍ਹਨ ਲਈ ਟ੍ਰੇਨ ਵਿੱਚ ਬੈਠਣ ਤੱਕ ਉਡੀਕ ਕੀਤੀ। ਸ਼ੇਰਾ ਮਾਸਟਰ ਤੇ ਨਾਜ਼ਰ ਨਾਲ ਬੈਠਾ ਬੀਅਰ ਪੀ ਰਿਹਾ ਸੀ। ਉਸਦੇ ਮਨ ਵਿੱਚ ਕਾਫੀ ਕੁਝ ਚੱਲ ਰਿਹਾ ਸੀ। ਸਭ ਤੋਂ ਵੱਡੀ ਗੱਲ, ਉਸਨੂੰ ਕੰਮ ਤੋਂ ਜਵਾਬ ਮਿਲ ਗਿਆ ਸੀ। ਉਹ ਉਹਨਾਂ ਨਾਲ ਗੱਲ ਸਾਂਝੀ ਕਰਕੇ ਆਪਣੇ ਭਵਿੱਖ ਬਾਰੇ ਫੈਸਲਾ ਕਰਨਾ ਚਾਹੁੰਦਾ ਸੀ। ਇਸ ਲਈ ਉਹ ਚੁੱਪ ਜਿਹਾ ਬੈਠਾ ਰਿਹਾ। ਸ਼ੇਰ ਸਿਆਂ ਠੀਕ ਹੈ, ਕੋਈ ਚੁੱਪ ਜਿਹਾ ਲੱਗਦਾ। ਨਾਜ਼ਰ ਨੇ ਉਸ ਵੱਲ ਵੇਖਦਿਆਂ ਸਵਾਲ ਕੀਤਾ। ਬਸ ਕੰਮ ਬਾਰੇ ਸੋਚ ਰਿਹਾ ਸੀ। ਸਾਡੀ ਬਹੁਤ ਸਾਰੇ ਲੋਕਾਂ ਦੀ ਛਾਂਟੀ ਕਰ ਰਹੇ ਆ। ਛਾਂਟੀ? ਤੁਹਾਡੇ ਦਾ ਕੰਮ ਠੀਕ ਠਾਕ ਸੀ। ਆਹੋ, ਇੱਕ ਤਾਂ ਹੁਣ ਸਾਰੀਆਂ ਮਸ਼ੀਨਾਂ ਆਟੋਮੈਟਿਕ ਹੋ ਗਈਆਂ। ਜਿੱਥੇ ਸਾਡੇ ਡਿਪਾਰਟਮੈਂਟ 'ਚ 60 ਬੰਦੇ ਕਰਦੇ ਸੀ, ਹੁਣ 7 ਰਹਿ ਗਏ। ਇਹੋ ਹਾਲ ਹੋਰ ਡਿਪਾਰਟਮੈਂਟਾਂ ਦਾ ਵੀ ਆ। ਨਵੇਂ ਬੰਦੇ ਰੱਖਣੇ ਤਾਂ ਕਈ ਸਾਲਾਂ ਤੋਂ ਉਹਨਾਂ ਨੇ ਬੰਦ ਕੀਤੇ ਹੋਏ ਆ। ਪਰ ਹੁਣ ਆ ਛਾਂਟੀ ਵਾਲੀ ਗੱਲ, ਇਸ ਉਮਰ 'ਚ ਕਿਤੇ ਨੌਕਰੀ ਵੀ ਨਹੀਂ ਮਿਲਣੀ। ਸ਼ੇਰ ਸਿਆਂ ਅਸਲ 'ਚ ਹੁਣ ਕਾਰਖਾਨੇਦਾਰ ਇਸ ਕੰਟਰੀ 'ਚ ਪੈਸੇ ਲਾਉਣ ਦੀ ਥਾਂ ਇੱਥੋਂ ਪੈਸੇ ਕੱਢੀ ਜਾਂਦੇ ਆ। ਹੁਣ ਤਾਂ ਚੀਨ ਵਰਗੇ ਮੁਲਕਾਂ ਵਿੱਚ ਜਿੱਥੇ ਮਜ਼ਦੂਰੀ ਸਸਤੀ ਆ ਉੱਥੇ ਲਾ ਰਹੇ ਆ। ਮਾਸਟਰ ਨੇ ਜਵਾਬ ਦਿੱਤਾ। ਪਰ ਇੱਥੋਂ ਦੇ ਲੋਕ ਕੀ ਕਰਨਗੇ? ਬੇਰੁਜ਼ਗਾਰੀ ਦਿਨੋਂ ਦਿਨ ਵਧੀ ਜਾਂਦੀ ਆ। ਹੋਰ ਕੰਮ ਤਾਂ ਮਿਲਦੇ ਨਹੀਂ। ਕੰਮ ਤਾਂ ਨੌਜਵਾਨਾਂ ਨੂੰ ਨਹੀਂ ਮਿਲਦੇ। ਸਾਡੇ ਵਰਗਿਆਂ ਨੂੰ ਕਿੱਥੇ ਮਿਲਣੇ ਆ? ਉਹਨਾਂ ਨੂੰ ਕੀ ਲੱਗੇ ਬਈ ਤੁਹਾਡੇ ਨਾਲ ਕੀ ਵਾਪਰਦਾ? ਉਹਨਾਂ ਨੇ ਤਾਂ ਆਪਦਾ ਮੁਨਾਫਾ ਦੇਖਣਾ। ਸਰਕਾਰਾਂ ਉਹਨਾਂ ਦੇ ਹੱਕ 'ਚ ਹੈ। ਅੱਗੇ ਸੀਮਤ ਜਿਹੀ ਰਕਮ ਬਾਹਰ ਭੇਜ ਸਕਦੇ ਸੀ, ਹੁਣ ਤਾਂ ਟੈਚੀ ਨੋਟਾਂ ਦਾ ਬਾਹਰ ਭਰ ਕੇ ਲਿਜਾਣ ਦੀ ਖੁੱਲ੍ਹ ਦੇ ਦਿੱਤੀ ਹੈ। ਹਾਲ ਤਾਂ ਮੇਰੇ ਖਿਆਲ 'ਚ ਇਦੋਂ ਵੀ ਮਾੜੇ ਹੀ ਹੋਣਗੇ। ਸਾਇੰਸ ਨੇ ਤਾਂ ਦਿਨੋਂ ਦਿਨ ਤਰੱਕੀ ਕਰਨੀ ਆ। ਹੋਰ ਮਸ਼ੀਨਾਂ ਆਜ਼ਾਦ ਹੋਣੀਆਂ ਜਿਨ੍ਹਾਂ ਦਾ ਉਤਪਾਦਨ ਹੋਰ ਵੀ ਚੰਗਾ ਹੋਊ। ਪਰ ਮਾਸਟਰ ਜੀ, ਲੋਕ ਫੇਰ ਵੀ ਇਹਨਾਂ ਨੂੰ ਹੀ ਵੋਟਾਂ ਪਾਈ ਜਾਂਦੇ ਆ। ਸਮਝ ਨਹੀਂ ਲੱਗਦੀ ਕਿਉਂ? ਲੋਕ ਕੀ ਕਰਨ? ਕਿਸੇ ਨਾ ਕਿਸੇ ਨੂੰ ਤਾਂ ਉਹਨਾਂ ਨੇ ਵੋਟ ਪਾਉਣੀ ਹੋਈ। ਦੂਸਰੀ ਪਾਰਟੀ ਵੀ ਕੀ ਲਈ ਬੈਠੀ ਆ ਉਹਨਾਂ ਵਾਸਤੇ? ਸਾਰੀਆਂ ਪਾਰਟੀਆਂ ਇੱਕ ਹੀ ਹੱਥ ਦਿੰਦੀਆਂ ਤੇ ਦੂਜੇ ਹੱਥ ਲੈ ਲੈਂਦੀਆਂ। ਗੱਲਾਂ ਚੱਲਦੀਆਂ ਰਹੀਆਂ ਤੇ ਮੁੜ ਘੁੜ ਕੇ ਸਾਊਥ ਹਾਲ ਦੀਆਂ ਕੌਂਸਲ ਚੋਣਾਂ ਤੋਂ ਹੋ ਕੇ ਗੁਰਦੁਆਰੇ ਦੀਆਂ ਚੋਣਾਂ ਤੇ ਇੰਡੀਆ ਤੱਕ ਪਹੁੰਚ ਗਈਆਂ। ਇੰਨੇ ਨੂੰ ਘਰ ਜਾਣ ਦਾ ਸਮਾਂ ਹੋ ਗਿਆ ਤੇ ਉਹ ਘਰਾਂ ਨੂੰ ਚਲੇ ਗਏ। ਕੰਮ ਤੋਂ ਵਿਹਲਾ ਹੋ ਕੇ ਸ਼ੇਰੇ ਕੋਲ ਸਮਾਂ ਹੀ ਸਮਾਂ ਸੀ। ਕੰਮ ਮਿਲਣ ਦੀ ਕੋਈ ਬਾਹਲੀ ਉਮੀਦ ਨਹੀਂ ਸੀ। ਘਰੇ ਵੀ ਵਿਹਲੇ ਦਾ ਵਕਤ ਨਹੀਂ ਸੀ ਲੰਘਦਾ। ਕੁਝ ਦਿਨਾਂ ਦੀ ਸੋਚ ਵਿਚਾਰ ਬਾਅਦ ਉਸਨੇ ਪੰਜਾਬ ਜਾਣ ਦਾ ਮਨ ਬਣਾ ਲਿਆ। ਸੀਟ ਬੁੱਕ ਕਰਾ ਕੇ ਉਸਨੇ ਨਾਜ਼ਰ ਨੂੰ ਦੱਸ ਦਿੱਤਾ ਤੇ ਰਾਜੂ ਨੂੰ ਫੋਨ ਕੀਤਾ। ਚਾਚੇ ਨੂੰ ਕੋਈ ਸੁੱਖ ਸੁਨੇਹਾ ਦੇਣਾ ਤੇ ਨਾਲੇ ਕੋਈ ਇੰਡੀਆ ਤੋਂ ਚੀਜ਼ ਮੰਗਾਉਣੀ ਆ ਤੇ ਉਹ ਵੀ ਦੱਸ ਦੇ। ਨਹੀਂ, ਸਭ ਠੀਕ ਆ। ਯੂ ਹੈਵ ਅ ਨਾਈਸ ਟਾਈਮ। ਸੰਖੇਪ ਗੱਲਬਾਤ ਬਾਅਦ ਉਸਨੇ ਫੋਨ ਕੱਟ ਦਿੱਤਾ। ਇੱਕ ਚੀਜ਼ ਸ਼ੇਰੇ ਦੇ ਸਰੀਰ ਨੂੰ ਝਰਨਾਹਟ ਦੇ ਗਈ। ਏਅਰਪੋਰਟ ਤੇ ਉਸਨੂੰ ਨਾਜ਼ਰ ਛੱਡ ਆਇਆ। ਉਹਨਾਂ ਨੇ ਏਅਰਪੋਰਟ ਤੇ ਚਾਹ ਦਾ ਕੱਪ ਪੀਤਾ। ਜਦੋਂ ਸ਼ੇਰਾ ਡਿਪਾਰਚਰ ਗੇਟ ਵਿੱਚੋਂ ਦੀ ਅੰਦਰ ਲੰਘ ਗਿਆ ਤੇ ਨਾਜ਼ਰ ਘਰ ਨੂੰ ਆ ਗਿਆ। ਪਿੰਡ ਪਹੁੰਚ ਕੇ ਸ਼ੇਰੇ ਨੂੰ ਲੱਗਿਆ ਉਹ ਜਿਵੇਂ ਕਿਸੇ ਹੋਰ ਹੀ ਪਿੰਡ ਪਹੁੰਚ ਗਿਆ। ਪਿੰਡ ਦਾ ਮੂੰਹ ਮੱਥਾ ਬਦਲਿਆ ਹੋਇਆ ਸੀ। ਕਿੰਨੇ ਹੀ ਘਰ ਪੱਕੇ ਬਣ ਗਏ ਸਨ ਤੇ ਪਿੰਡ ਦੀ ਫਿਰਨੀ ਤੋਂ ਬਾਹਰ ਵੀ ਬਹੁਤ ਸਾਰੀ ਵਸੋਂ ਹੋ ਗਈ ਸੀ। ਆਪਣੇ ਘਰ ਦੀ ਨਹਾਰ ਵੀ ਬਦਲੀ ਲੱਗੀ। ਲੱਕੜ ਦੇ ਤਖਤੇ ਦੀ ਥਾਂ ਤੇ ਹੁਣ ਟੀਨ ਦੇ ਗੇਟ ਲੱਗੇ ਸਨ। ਕਮਰਿਆਂ ਅੱਗੇ ਉਹਨਾਂ ਨੇ ਵਰਾਂਡਾ ਛੱਤ ਲਿਆ ਸੀ ਤੇ ਦੋਹੀਂ ਪਾਸੇ ਬੈਠਕਾਂ ਬਣਾ ਲਈਆਂ ਸਨ। ਉਸ ਦਾ ਸਭ ਨੇ ਖੁੱਲੀਆਂ ਬਾਹਾਂ ਨਾਲ ਸਵਾਗਤ ਕੀਤਾ ਸੀ। ਉਸ ਦੀ ਭਰਜਾਈ ਵੀ ਉਸਨੂੰ ਖਿੜੇ ਮੱਥੇ ਮਿਲੀ। ਸਾਰਿਆਂ ਦੇ ਮੂੰਹਾਂ ਤੇ ਚਾਹ ਦੀ ਲੋ ਸਪਸ਼ਟ ਦਿਸ ਰਹੀ ਸੀ। ਉਹ ਦੋਵੇਂ ਭਤੀਜੇ ਵੀ ਅਜੇ ਵਿਆਹੇ ਨਹੀਂ ਸਨ। ਸ਼ੇਰਾ ਆਪਣੇ ਆਪ ਵਿੱਚ ਥੋੜਾ ਬੇਆਰਾਮ ਮਹਿਸੂਸ ਕਰ ਰਿਹਾ ਸੀ। ਉਸਨੂੰ ਖੁਦ ਨੂੰ ਸਮਝ ਨਹੀਂ ਸੀ ਆ ਰਹੀ ਕਿ ਆਖਰ ਅਜਿਹਾ ਕਿਉਂ ਸੀ। ਸ਼ਾਮ ਦੇ 4 ਵਜੇ ਸਨ ਤੇ ਸਰਦੀ ਦਾ ਮੌਸਮ ਸੀ, ਪਰ ਅਜੇ ਧੁੱਪ ਚਮਕ ਰਹੀ ਸੀ। ਚਾਹ ਦਾ ਕੱਪ ਪੀ ਕੇ ਉਹ ਗੱਲਾਂ ਬਾਤਾਂ ਕਰਦੇ ਰਹੇ। ਚੰਗੀ ਗੱਲ ਕਿਸੇ ਨੇ ਜੀਤਾਂ ਬਾਰੇ ਜਾਂ ਉਸ ਦੀ ਕੈਦ ਬਾਰੇ ਗੱਲ ਨਹੀਂ ਸੀ ਛੇੜੀ। ਭਾਵੇਂ ਉਹ ਮਹਿਸੂਸ ਕਰ ਰਹੇ ਸੀ ਕਿ ਸਭ ਦੇ ਦਿਮਾਗ ਵਿੱਚ ਇਹ ਗੱਲ ਸੀ, ਪਰ ਉਸਨੂੰ ਕੋਈ ਬਾਹਰ ਨਹੀਂ ਸੀ ਕੱਢ ਰਿਹਾ। ਉਹਦੇ ਲਈ ਇਹ ਚੰਗਾ ਸੀ। ਇਹ ਇੱਕੋ ਇੱਕ ਅਜਿਹਾ ਵਿਸ਼ਾ ਸੀ ਜਿਸ ਬਾਰੇ ਉਹ ਗੱਲਾਂ ਕਰਨ ਜਾਂ ਸੁਣਨ ਤੋਂ ਕਤਰਾਉਂਦਾ ਸੀ। ਸ਼ਾਮ ਹੋਈ ਤਾਂ ਉਸਦੇ ਭਤੀਜੇ ਨੇ ਘਰ ਦੀ ਬਣਾਈ ਸ਼ਰਾਬ ਦੀ ਬੋਤਲ ਅੱਗੇ ਲਿਆ ਰੱਖੀ। ਦੋਵੇਂ ਭਰਾ ਬਹੁਤ ਖੁਸ਼ ਤੇ ਭਾਵੁਕ ਲੱਗ ਰਹੇ ਸਨ। ਮੈਂ ਤਾਂ ਪੁੱਤਰਾ ਬਹੁਤ ਦੇਰ ਤੋਂ ਕਦੇ ਖਾਸ ਪੀਤੀ ਨਹੀਂ, ਬਸ ਬੀਅਰ ਕਦੇ ਕਦੇ ਹੀ ਪੀ ਲੈਣਾ। ਇਹ ਸ਼ਰਾਬ ਨਹੀਂ, ਦਾਰੂ ਹੈ। ਦੋਵੇਂ ਮੁੰਡੇ ਆਪ ਤਾਂ ਮੂੰਹ ਤੇ ਨਹੀਂ ਧਰਦੇ, ਪਰ ਮੇਰੇ ਵਾਸਤੇ ਬਣਾ ਦਿੰਦੇ ਆ। ਬਣਾਉਂਦੇ ਵੀ ਬਹੁਤ ਚੰਗੀ ਆ। 20-25 ਚੀਜ਼ਾਂ ਵਿੱਚ ਪਾਉਂਦੇ ਆ। ਤੂੰ ਜੇ ਸਹੁੰ ਨਹੀਂ ਨਾ ਪਾਈ ਤਾਂ ਘੁੱਟ ਪੀ ਕੇ ਵੇਖ। ਬੀਅਰ ਤਾਂ ਪਿੰਡੋਂ ਮਿਲਣੀ ਨਹੀਂ, ਕੱਲ ਨੂੰ ਸ਼ਹਿਰੋਂ ਮੰਗਾ ਲਾਂਗੇ। ਤਾਰੇ ਨੇ ਸਿਫਾਰਿਸ਼ ਕੀਤੀ। ਸ਼ੇਰੇ ਨੇ ਥੋੜੀ ਜਿਹੀ ਗਲਾਸ 'ਚ ਪਾ ਲਈ। ਉਸਨੂੰ ਲੌਂਗ ਇਲਾਇਚੀਆਂ ਦੀ ਮਿਲੀ ਜੁਲੀ ਸੁਗੰਧ ਨੇ ਤਾਰੀਫ ਕਰਨ ਲਈ ਮਜਬੂਰ ਕਰ ਦਿੱਤਾ। ਵਾਸ਼ਨਾ ਤਾਂ ਬਈ ਬਹੁਤ ਸੋਹਣੀ ਹੈ ਤਾਇਆ ਜੀ, ਘੁੱਟ ਭਰ ਕੇ ਦੇਖੋ, ਸਵਾਦ ਵੀ ਬੜੀ ਹੈ। ਸ਼ੇਰੇ ਨੇ ਘੁੱਟ ਭਰੀ। ਸ਼ਰਾਬ ਬਹੁਤ ਸਵਾਦ ਸੀ।
ਉਸਨੂੰ ਦੇਸੀ ਸ਼ਰਾਬ ਵਾਲੀ ਖੁਸ਼ਕੀ ਮਹਿਸੂਸ ਨਹੀਂ ਸੀ ਹੋਈ। ਸੱਚੀ ਉਸਨੂੰ ਲੌਂਗ ਇਲਾਇਚੀਆਂ ਦਾ ਅਰਕ ਹੀ ਲੱਗਦਾ ਸੀ। ਤਾਰੇ ਦੀ ਪਤਨੀ ਉਹਨਾਂ ਵਿੱਚ ਆ ਸ਼ਾਮਲ ਹੋਈ। ਵੀਰ ਜੀ ਜਦੋਂ ਰੋਟੀ ਖਾਣੀ ਹੋਈ ਦੱਸ ਦਿਓ, ਬਸ ਫੁਲਕੇ ਲਾਉਣੇ ਆ, ਦਾਲ ਸਬਜ਼ੀ ਤਿਆਰ ਹੈ। ਜਦੋਂ ਸਾਰਿਆਂ ਨੇ ਖਾਣੀ ਹੋਈ ਮੈਂ ਵੀ ਨਾਲ ਹੀ ਖਾ ਲੂੰ, ਕੋਈ ਉਚੇਚ ਦੀ ਲੋੜ ਨਹੀਂ। ਇੰਨੇ ਸਾਲਾਂ ਮਗਰੋਂ ਮਸਾਂ ਤੇਰਾ ਮੂੰਹ ਦੇਖਿਆ। ਸਾਨੂੰ ਤਾਂ ਜਦੋਂ ਤੇਰੀ ਚਿੱਠੀ ਆਈ ਉਦੋਂ ਦਾ ਚਾਅ ਨਾਲ ਨੀਂਦ ਨਹੀਂ ਸੀ ਆਉਂਦੀ। ਤਾਰੇ ਦੀ ਆਵਾਜ਼ ਵਿੱਚ ਮਾੜੀ ਜਿਹੀ ਕੰਬਣੀ ਉਸਦੇ ਸ਼ਬਦਾਂ ਦੀ ਸੱਚਾਈ ਦਾ ਸਬੂਤ ਸੀ। ਸੌਣ ਲਈ ਉਸਨੂੰ ਉਹਨਾਂ ਨੇ ਇੱਕ ਬੈਠਕ ਦੇ ਦਿੱਤੀ। ਸੋਹਣੇ ਤੇ ਸਾਫ਼ ਬਿਸਤਰੇ ਵਿੱਚ ਉਸਨੂੰ ਡੂੰਘੀ ਨੀਂਦ ਆਈ। ਸਵੇਰੇ 2 ਵਜੇ ਉਸਦੀ ਅੱਖ ਖੁੱਲ ਗਈ। ਸਮੇਂ ਦੇ ਅੰਤਰ ਕਾਰਨ ਇਹ ਸਮੱਸਿਆ ਉਸਨੇ ਪਹਿਲਾਂ ਵੀ ਹੰਢਾਈ ਸੀ। ਉਸਨੇ ਥੋੜਾ ਪਾਣੀ ਪੀਤਾ ਤੇ ਫਿਰ ਸੌਣ ਦਾ ਯਤਨ ਕਰਨ ਲੱਗਾ। ਨੀਂਦ ਆ ਵੀ ਗਈ, ਪਰ 4 ਵਜੇ ਗੁਰਦੁਆਰੇ ਦੇ ਭਾਈ ਦੀ ਸਪੀਕਰ ਵਿੱਚੋਂ ਗੜਕਦੀ ਆਵਾਜ਼ ਨੇ ਉਸਨੂੰ ਜਗਾ ਦਿੱਤਾ। ਫਿਰ ਨੀਂਦ ਆਉਣ ਦਾ ਸਬੱਬ ਨਾ ਬਣਿਆ। ਜਦੋਂ ਉਸਨੂੰ ਨੀਂਦ ਆਉਣ ਲੱਗੀ ਉਦੋਂ ਨੂੰ ਤਾਰਾ ਉਸ ਕੋਲੇ ਬਿਸਤਰੇ ਵਿੱਚ ਆ ਬੈਠਾ। ਉਸਦਾ ਭਤੀਜਾ ਚਾਹ ਲੈ ਆਇਆ ਤੇ ਉਹ ਸਧਾਰਨ ਜਿਹੀਆਂ ਗੱਲਾਂ ਕਰਨ ਲੱਗੇ। ਸਮਾਂ ਤਾਂ ਆਪਣੀ ਚਾਲ ਚੱਲ ਰਿਹਾ ਸੀ। ਸ਼ੇਰਾ ਪਿੰਡ ਵਿੱਚ ਘੱਟ ਹੀ ਗਿਆ ਸੀ, ਸੱਥ ਵਿੱਚ ਤਾਂ ਬਿਲਕੁਲ ਹੀ ਨਹੀਂ। ਤਾਰਾ ਸਦਾ ਉਸਦੇ ਨਾਲ ਹੀ ਰਹਿੰਦਾ। ਜਿੱਥੇ ਕਿਸੇ ਰਿਸ਼ਤੇਦਾਰੀ ਵਿੱਚ ਜਾਣਾ ਹੁੰਦਾ ਉਹ ਦੋਵੇਂ ਭਰਾ ਜਾਂਦੇ। ਅੰਦਰੋਂ ਸ਼ੇਰਾ ਥੋੜਾ ਚਤੰਨ ਵੀ ਸੀ, ਭਾਵੇਂ ਉਸਨੂੰ ਕਿਸੇ ਅਣਹੋਣੀ ਦਾ ਬਹੁਤਾ ਸੰਸਾ ਨਹੀਂ ਸੀ। ਇੱਕ ਦਿਨ ਦੋਵੇਂ ਭਰਾ ਖੇਤ ਦਾ ਚੱਕਰ ਮਾਰਨ ਚਲੇ ਗਏ। ਤਾਰੇ ਨੇ ਜੀਤਾਂ ਦੀ ਗੱਲ ਛੇੜੀ ਤਾਂ ਸ਼ੇਰੇ ਨੇ ਉਸਦਾ ਹੁੰਗਾਰਾ ਨਾ ਭਰਿਆ। ਉਹ ਲੀਰਾਂ ਦੀ ਖਿੱਦੋ ਫਰੋਲਣ ਦਾ ਕੀ ਲਾਭ, ਕਹਿ ਕੇ ਉਹ ਨੀਵੀਂ ਪਾਈ ਕੁਝ ਦੇਰ ਤੁਰੇ ਜਾਂਦੇ ਰਹੇ। ਕਿੱਲਾ ਜਿਹੜਾ ਆਪਾਂ ਕਮਲੇ ਜੰਟੇਕਾਂ ਤੋਂ ਲਿਆ ਨਾ, ਤਾਰੇ ਨੇ ਚੁੱਪ ਤੋੜੀ। ਉਹ ਫੇਰ ਕੀ ਕਰਦੇ ਆ, ਹੁਣ ਕਰਨਾ ਕੀ ਆ, ਦਿਹਾੜੀਆਂ ਕਰਦੇ ਆ ਵਿਚਾਰੇ। ਮਾੜੇ ਜੱਟ ਦਾ ਹਾਲ ਤਾਂ ਬੁਰਾ ਹੀ ਆ। ਫਸਲ ਤਾਂ ਚੰਗੀ ਲੱਗਦੀ ਐ ਐਤਕੀ, ਹਲੇ ਬਥੇਰੀਆਂ ਹਵਾਵਾਂ ਮੰਗਣੀਆਂ। ਫਸਲ ਤਾਂ ਘਰ ਪਹੁੰਚੇ ਤੋਂ ਹੀ ਆਪਦੀ ਬਣਦੀ ਐ। ਉਹ ਮੋਟਰ ਕੋਲ ਚਲੇ ਗਏ। ਫਸਲਾਂ ਤੇ ਖੇਤਾਂ ਦੀ ਚੁੱਪ ਨੇ ਸ਼ੇਰੇ ਨੂੰ ਸ਼ਾਂਤ ਜਿਹਾ ਕਰ ਦਿੱਤਾ। ਤਾਰਾ ਮੰਜਾ ਚੱਕ ਲਿਆਇਆ ਤੇ ਉਹ ਦੋਵੇਂ ਮੰਜੇ ਤੇ ਬਹਿ ਗਏ। ਤਾਰਿਆ, ਮੈਨੂੰ ਜ਼ਮੀਨ ਦੀ ਲੋੜ ਨਹੀਂ, ਤੂੰ ਜਦੋਂ ਮਰਜ਼ੀ ਕਾਗਜ਼ ਪੱਤਰ ਬਣਾ ਲੈ, ਮੈਂ ਸਾਈਨ ਕਰ ਦੂੰ। ਆਪਣੇ ਪਿੰਡ ਦੇ 2-3 ਘਰ ਤਾਂ 2-2 ਚੌਂ-ਚੌਂ ਕਿੱਲਿਆਂ ਕਰਕੇ ਇੱਕ ਦੂਜੇ ਨਾਲ ਮੂੰਹ ਵਿੰਗੇ ਕਰੀ ਫਿਰਦੇ ਆ। ਤੇਰੀ ਸ਼ਾਬਾਸ਼ ਏ, ਪਰ ਮੈਂ ਕੋਈ ਕਾਗਜ਼ ਨਹੀਂ ਬਣਾਉਣਾ। ਮੈਂ ਤਾਂ ਤੈਨੂੰ ਕਹਿਣ ਵਾਲਾ ਹੀ ਸੀ ਬਈ, ਜੋ ਤੂੰ ਠੇਕਾ ਲਿਆ ਕਰਨਾ ਲੈ ਲਿਆ ਕਰ। ਅਸੀਂ ਸਾਰਿਆਂ ਨੇ ਇਹੋ ਫੈਸਲਾ ਕੀਤਾ ਸੀ। ਤਾਰਿਆ, ਮੈਂ ਜ਼ਮੀਨ ਕੀ ਕਰਨੀ ਆ? ਰਾਜੂ ਨੇ ਆ ਕੇ ਵਾਹੁਣੀ ਨਹੀਂ। ਰਾਜੂ ਨੇ ਕੀ ਵਾਹੁਣੀ ਆ? ਵਾਹੁਣੀ ਤਾਂ ਮੈਂ ਨਹੀਂ। ਮੈਨੂੰ ਖਾਣ ਜੋਗੀ ਪੈਨਸ਼ਨ ਮਿਲ ਜਾ ਕਰਨੀ। ਰਾਜੂ ਆਪਦਾ ਸੋਹਣਾ ਕਮਾਉਂਦਾ, ਲਾਲਚ ਦਾ ਤਾਂ ਕੋਈ ਅੰਤ ਨਹੀਂ। ਉਹ ਗੱਲਾਂ ਕਰਦੇ ਇੱਕ ਦੂਜੇ ਦੇ ਹੋਰ ਵੀ ਨੇੜੇ ਮਹਿਸੂਸ ਕਰਨ ਲੱਗੇ। ਇਮਾਨਦਾਰੀ ਤੇ ਨਿਸ਼ਕਾਮ ਪਿਆਰ ਨੇ ਉਹਨਾਂ ਵਿੱਚ ਅਣਮੁੱਲੀ ਨੇੜਤਾ ਪੈਦਾ ਕਰ ਦਿੱਤੀ ਸੀ। ਇੱਕ ਕੰਮ ਮੈਂ ਕਰਨਾ ਚਾਹੁੰਦਾ, ਆਪਣੇ ਪਿੰਡ 'ਚੋਂ ਕੋਈ ਗਰੀਬ ਬੱਚਾ ਜਿਹੜਾ ਪੜ੍ਹਨ ਵਾਲਾ ਹੋਵੇ, ਉਹਦੀ ਕਾਲਜ ਦੀ ਪੜ੍ਹਾਈ ਦਾ ਖਰਚਾ ਮੈਂ ਕਰੂੰ। ਹਰੇਕ ਸਾਲ ਇੱਕ ਬੱਚਾ ਚੁਣ ਲਿਆ ਕਰਨਾ। 3-4 ਬੱਚੇ ਹੋਣਗੇ, ਇੰਨੇ ਕੁ ਪੈਸੇ ਮੈਂ ਖਰਚ ਸਕਦਾ। ਇੱਕ ਖਿਆਲ ਰੱਖੀ, ਆਪਾਂ ਤੇਰ ਮੇਰ ਪਾਰਟੀਬਾਜ਼ੀ 'ਚ ਨਹੀਂ ਪੈਣਾ। ਆਹ ਤਾਂ ਬਹੁਤ ਚੰਗਾ ਕੰਮ ਆ। ਇੱਕ ਕੰਮ ਹੋਰ ਕਰਨ ਵਾਲਾ, ਜੇ ਤੂੰ ਗੁੱਸਾ ਨਾ ਕਰੇ। ਉਹ ਕੀ? ਸ਼ੇਰਾ ਹੈਰਾਨੀ ਨਾਲ ਉਸ ਵੱਲ ਵੇਖਣ ਲੱਗਿਆ। ਤੇਰਾ ਵੱਡਾ ਸਾਲਾ ਬਾਵਾ ਬਿਮਾਰ ਆ, ਕੈਂਸਰ ਦੱਸਦੇ ਆ। ਘਰੋਂ ਉਹ ਕਮਜ਼ੋਰ ਆ, ਆਖਰ ਆਪਣੀ ਰਿਸ਼ਤੇਦਾਰੀ ਸੀ, ਦੇਖੀ ਤਾਂ ਅਜੇ ਵੀ ਮੁੱਕੀ ਨਹੀਂ। ਕੁਛ ਕਰ ਸਕਦਾ, ਠੀਕ ਸਮਝੇ ਤਾਂ ਉਹਦੀ ਮਦਦ ਕਰ, ਬਹੁਤ ਲੋੜਵੰਦ ਹੈ। 3 ਕੁੜੀਆਂ ਭਾਵੇਂ ਅੱਜ ਵਿਆਹ ਦੇਣ। ਸ਼ੇਰਾ ਸੋਚਣ ਲੱਗਾ। ਬਹੁਤ ਕੁਝ ਉਸਦੇ ਮਨ ਮਸਤਕ ਵਿੱਚੋਂ ਦੀ ਗੁਜ਼ਰ ਗਿਆ। ਕੌੜੀਆਂ ਮਿੱਠੀਆਂ ਯਾਦਾਂ ਇੱਕ ਵਾਰੀ ਫੇਰ ਮੁੜ ਕੇ ਤਾਜ਼ਾ ਹੋ ਗਈਆਂ। ਆਪਣੀ ਮਦਦ ਉਹਨਾਂ ਨੇ ਲੈਣੀ ਨਹੀਂ। ਪਤਾ, ਤੂੰ ਰਾਜੂ ਦੇ ਨਾਂ ਤੇ ਭੇਜ ਦੇਵੇਂ ਤਾਂ ਸ਼ਾਇਦ ਉਹ ਨਾ ਨਹੀਂ ਕਰਨਗੇ। ਸਾਰੀ ਰਾਤ ਸ਼ੇਰੇ ਦੇ ਮਨ ਵਿੱਚ ਕਿੰਨਾ ਕੁਝ ਚੱਲਦਾ ਰਿਹਾ। ਆਖਰ ਉਸਨੇ ਫੈਸਲਾ ਕਰ ਲਿਆ ਤੇ ਉਸਨੂੰ ਸਵੇਰੇ ਜੇ ਗੂੜੀ ਨੀਂਦ ਆ ਗਈ। ਸ਼ੇਰੇ ਦੀ ਫਲਾਈਟ ਦੁਪਹਿਰ ਬਾਅਦ ਲੱਗੀ ਤਾਂ ਉਸਨੇ ਅੰਦਰੋਂ ਨਾਜਰ ਨੂੰ ਫੋਨ ਕਰ ਦਿੱਤਾ। ਰਾਜੂ ਚੱਲਦੇ ਹਫ਼ਤੇ ਕੰਮ ਤੇ ਹੋਣਾ ਸੀ। ਨਾਜਰ ਦੇ ਆਉਣ ਤੱਕ ਉਸਨੇ ਸਮਾਨ ਲੈ ਕੇ ਬਾਹਰ ਨਿਕਲ ਜਾਣਾ ਸੀ ਤੇ ਨਾਜਰ ਨੇ ਉਸਨੂੰ ਏਅਰਪੋਰਟ ਟਰਮੀਨਲ ਦੇ ਬਾਹਰੋਂ ਗੱਡੀ ਵਿੱਚ ਬਿਠਾ ਲੈਣਾ ਸੀ। ਨਾਜਰ ਤੋਂ ਪਹਿਲਾਂ ਸ਼ੇਰਾ ਬਾਹਰ ਨਿਕਲ ਆਇਆ ਤੇ ਉਸਨੂੰ 10 ਮਿੰਟ ਉਡੀਕਣਾ ਪਿਆ। ਦੋਵੇਂ ਦੋਸਤ ਨਿੱਘ ਤੇ ਮੋਹ ਨਾਲ ਮਿਲੇ ਤੇ ਘਰ ਨੂੰ ਚੱਲ ਪਏ। ਰਾਹ ਵਿੱਚ ਸੁੱਖ ਸਾਂਦ ਤੇ ਪਿੰਡ ਦੀਆਂ ਗੱਲਾਂ ਨਾਲ ਹੀ ਪੰਜਾਬ ਦੀਆਂ ਗੱਲਾਂ ਚੱਲਦੀਆਂ ਰਹੀਆਂ। ਨਾਜਰ ਉਸਨੂੰ ਦੁਕਾਨ ਤੇ ਲੈ ਗਿਆ। ਦਫ਼ਤਰ ਵਿੱਚ ਬੈਠ ਕੇ ਉਹਨਾਂ ਨੇ ਖੁੱਲ੍ਹ ਕੇ ਪੰਜਾਬ ਦੀ ਹਾਲਤ ਤੇ ਸ਼ੇਰੇ ਦੇ ਪਰਿਵਾਰ ਬਾਰੇ ਗੱਲਾਂ ਕੀਤੀਆਂ। ਰਾਜੂ ਤੇ ਪੈਬ ਹੋਰਾਂ ਦੀ ਸੁੱਖ ਸਾਂਦ ਤੇ ਕੰਮ ਧੰਦਿਆਂ ਦੀਆਂ ਗੱਲਾਂ ਕਰਦੇ ਰਹੇ। ਜੇ ਮੈਨੂੰ ਘਰ ਛੱਡ ਆਵੇ ਤਾਂ ਮੈਂ ਇਸ਼ਨਾਨ ਕਰਨਾ ਚਾਹੁੰਦਾ। ਜੇ ਕੋਈ ਕੰਮ ਆ ਤੇ ਕਾਹਲੀ ਵੀ ਕੋਈ ਨਹੀਂ। ਸ਼ੇਰੇ ਨੂੰ ਆਪਣਾ ਆਪ ਸਵੱਛ ਨਹੀਂ ਸੀ ਲੱਗ ਰਿਹਾ। ਆਹੋ ਚੱਲ, ਆਪਾਂ ਦੁੱਧ ਬਰੈਡ ਵਗੈਰਾ ਚੱਕ ਲਈਏ, ਨਹੀਂ ਤਾਂ ਸਵੇਰੇ ਫੇਰ ਤੈਨੂੰ ਭੱਜਣਾ ਪੈਣਾ। ਰੋਟੀ ਹੱਥ ਨੂੰ ਇੱਧਰ ਹੀ ਖਾ ਲਈ। ਨਾਜਰ ਨੇ ਉਹਨੂੰ ਸੱਦਾ ਦਿੱਤਾ। ਇੱਕ ਗੱਲ ਹੋਰ ਕਰਨੀ ਸੀ ਤੇਰੇ ਨਾਲ। ਰਾਜੂ ਦਾ ਵੱਡਾ ਮਾਮਾ ਬਿਮਾਰ ਆ, ਸੁਣਿਆ ਹਾਲਤ ਮਾੜੀ ਹੈ। ਜੇ ਤੂੰ ਉਹਨੂੰ ਫੋਨ ਕਰੇ ਤੇ ਕਹੇ ਵੀ ਰਾਜੂ ਨੇ ਪੈਸੇ ਭੇਜਣ ਨੂੰ ਕਿਹਾ ਤੇ ਸ਼ਾਇਦ ਉਹ ਪੈਸੇ ਲੈ ਲੈਣ। ਮੈਂ ਕੱਲ ਕਲੌਤਰ ਨੂੰ ਪੈਸੇ ਤੈਨੂੰ ਫੜਾ ਜੂ। ਸ਼ੇਰੇ ਨੇ ਨਾਜਰ ਨਾਲ ਅੱਖ ਮਿਲਾਉਣ ਤੋਂ ਬਿਨਾਂ ਹੀ ਕਿਹਾ। ਕੁਝ ਦੇਰ ਚੁੱਪ ਪਸਰੀ ਰਹੀ। ਉਹਦਾ ਨੰਬਰ ਹੈਗਾ ਤੇ ਆਪਾਂ ਹੁਣੇ ਗੱਲ ਕਰ ਲੈਂਦੇ ਹਾਂ। ਸ਼ੇਰੇ ਨੇ ਉਸ ਅੱਗੇ ਆਪਣੀ ਫੋਨ ਨੰਬਰਾਂ ਵਾਲੀ ਜੇਬੀ ਡਾਇਰੀ ਕੱਢ ਕੇ ਰੱਖ ਦਿੱਤੀ। ਨਾਜਰ ਨੇ ਫੋਨ ਘੁਮਾਇਆ। 3-4 ਵਾਰੀ ਕੋਸ਼ਿਸ਼ ਕਰਨ ਬਾਅਦ ਫੋਨ ਮਿਲ ਗਿਆ। ਅੱਗੋਂ ਕਿਸੇ ਨੇ ਫੋਨ ਚੁੱਕਿਆ ਤੇ ਨਾਜਰ ਨੇ ਆਪਦਾ ਨਾਂ ਦੱਸਿਆ।
ਇੱਥੇ ਆਏਵੇਂ ਆ ਬਾਈ ਜੀ? ਨਹੀਂ ਜੀ, ਮੈਨੂੰ ਤਾਂ ਤੁਹਾਡੇ ਪਿੰਡ ਵਾਲਾ ਬਲਵੀਰ ਮਿਲਿਆ ਸੀ। ਉਹਨੇ ਦੱਸਿਆ ਬਾਈ ਤੁਸੀਂ ਢਿੱਲੇ ਆ। ਮੈਂ ਰਾਜੂ ਨੂੰ ਫੋਨ ਤੇ ਦੱਸਿਆ ਤੇ ਉਹ ਕਹਿੰਦਾ ਮੇਰੇ ਵੱਲੋਂ ਮਦਦ ਲਈ ਪੈਸੇ ਭੇਜ ਦਿਓ। ਮੈਂ ਪੁੱਛਣਾ ਸੀ ਬਾਈ ਪੈਸੇ ਬੈਂਕ ਰਾਹੀਂ ਭੇਜੀਏ ਕਿ ਬਲੈਕ 'ਚ ਠੀਕ ਹੈ? ਬਾਈ ਜੀ ਰਾਜੂ ਦੀ ਬਹੁਤ ਸਾਬਾਸ਼ ਏ, ਆਪਦਾ ਲਹੂ ਆਪਦਾ ਹੀ ਹੁੰਦਾ। ਉਹਨੂੰ ਕਹੋ ਕਦੇ ਗੱਲ ਹੀ ਕਰ ਲੇ, ਪੈਸੇ ਤਾਂ ਬਲੈਕ 'ਚ ਹੀ ਭੇਜ ਦੇਵੇ। ਸਾਡੇ ਕੋਲੇ ਬੈਂਕ 'ਚ ਰੱਖਣ ਜੋਗੇ ਹੁੰਦੇ ਹੀ ਨਹੀਂ, ਬੈਂਕ ਖਾਤਾ ਕੀ ਕਰਨਾ। ਪਰ ਆਪ ਨਾ ਔਖਾ ਹੋਵੇ। ਨਾਜਰ ਨੇ ਉਸਦੀ ਬਿਮਾਰੀ ਦੀਆਂ ਗੱਲਾਂ ਕੀਤੀਆਂ। ਉਹ ਵੀ ਉਦਾਸ ਹੋ ਗਿਆ। ਸ਼ੇਰੇ ਦੇ ਇਸ ਫੈਸਲੇ ਨੇ ਉਸਦੇ ਦਿਲ ਵਿੱਚ ਸ਼ੇਰੇ ਲਈ ਹੋਰ ਵੀ ਥਾਂ ਬਣਾ ਦਿੱਤੀ। ਪੈਸੇ ਭੇਜਣ ਲਈ ਕਹਿ ਕੇ ਉਹ ਘਰ ਆ ਗਏ। ਹੁਣ ਰਾਜੂ ਨੂੰ ਕਿਵੇਂ ਦੱਸਣਾ? ਸ਼ੇਰੇ ਨੇ ਪੁੱਛਿਆ। ਉਹਦੇ ਨਾਲ ਮੈਂ ਪ੍ਰੀਤੋ ਨੂੰ ਕਹੂੰ ਗੱਲ ਕਰਨ ਨੂੰ, ਤੂੰ ਬੇਸੰਸ ਹੋ ਜਾ। ਸ਼ੇਰਾ ਸੱਚੀ ਬੇਫਿਕਰ ਹੋ ਗਿਆ ਸੀ। ਸ਼ਾਮ ਨੂੰ ਉਹ ਨਾਜਰ ਵੱਲ ਚਲਾ ਗਿਆ। ਕੁਝ ਦੇਰ ਉਹ ਬੈਠੇ ਰਹੇ ਤੇ ਰਾਜੂ ਆਇਆ। ਸ਼ੇਰੇ ਨੂੰ ਦੇਖ ਕੇ ਹੈਰਾਨ ਜਿਹਾ ਹੋ ਗਿਆ। ਉਸਨੇ ਸ਼ੇਰੇ ਨਾਲ ਹੱਥ ਮਿਲਾਇਆ ਤੇ ਚਾਚੇ ਦਾ ਹਾਲ ਚਾਲ ਪੁੱਛਿਆ। ਤੈਨੂੰ ਬਹੁਤ ਯਾਦ ਕਰਦੇ ਸੀ, ਕਹਿੰਦੇ ਸੀ ਮੁੰਡੇ ਦਾ ਵਿਆਹ ਕਰਨਾ ਤੇ ਰਾਜੂ ਨੂੰ ਜ਼ਰੂਰ ਸੱਦਣਾ। ਰਾਜੂ ਥੋੜੀ ਦੇਰ ਉਹਨਾਂ ਕੋਲ ਬੈਠਾ ਰਿਹਾ, ਫਿਰ ਉੱਠ ਕੇ ਚਲਾ ਗਿਆ। ਸ਼ੇਰੇ ਨੇ ਨੀਂਦ ਦਾ ਬਹਾਨਾ ਬਣਾ ਕੇ ਜਲਦੀ ਖਾਣਾ ਖਾ ਲਿਆ ਤੇ ਘਰ ਆ ਗਿਆ। ਉਸਦੇ ਜਾਣ ਬਾਅਦ ਰਾਜੂ ਤੇ ਪ੍ਰੀਤੋ ਆ ਬੈਠੇ। ਨਾਜਰ ਨੇ ਸ਼ੇਰੇ ਦੇ ਬੱਚਿਆਂ ਦੀ ਪੜ੍ਹਾਈ ਤੇ ਮਾਮੇ ਦੀ ਮਦਦ ਵਾਲੀ ਗੱਲ ਕੀਤੀ ਤਾਂ ਪ੍ਰੀਤੋ ਹੈਰਾਨ ਜੀ ਉਸ ਵੱਲ ਵੇਖਣ ਲੱਗੀ। ਰਾਜੂ ਨੂੰ ਜਿਵੇਂ ਯਕੀਨ ਨਾ ਆਇਆ ਹੋਵੇ। ਨਾਜਰ ਕੁਝ ਕਹਿਣਾ ਚਾਹੁੰਦਾ ਸੀ ਪਰ ਉਸ ਨੂੰ ਕੁਝ ਸੁੱਝ ਨਹੀਂ ਸੀ ਰਿਹਾ। ਬੀਤਿਆ ਟਾਈਮ ਤਾਂ ਹੱਥ ਨਹੀਂ ਆਉਂਦਾ। ਚਲੋ ਉਹਨਾਂ ਨੇ ਚੰਗੇ ਪਾਸੇ ਪੈਰ ਤਾਂ ਪੱਟਿਆ। ਨਾਜਰ ਦੀ ਥਾਂ ਪ੍ਰੀਤੋ ਬੋਲੀ। ਗੁੱਸਾ ਬੰਦੇ ਨੂੰ ਬੇਬਹਾਰਾ ਕਰ ਦਿੰਦਾ ਹੈ। ਤਾਂ ਹੀ ਤਾਂ ਬਾਣੀ 'ਚ ਲਿਖਿਆ ਬਾਈ, ਕ੍ਰੋਧ ਮਾੜਾ। ਨਾਜਰ ਨੇ ਟੋਣਾ ਲਾਇਆ। ਜੇ ਕੋਈ ਪਿੰਡ ਦੇ ਗਰੀਬ ਬੱਚਿਆਂ ਦੀ ਪੜ੍ਹਾਈ ਬਾਰੇ ਪ੍ਰੋਜੈਕਟ ਸ਼ੁਰੂ ਕੀਤਾ ਤਾਂ ਇਹ ਮਾਸੀ ਦੇ ਨਾਂ 'ਤੇ ਕੀਤਾ ਜਾਵੇ। ਮੈਂ ਵੀ ਹਿੱਸਾ ਪਾਉਣ ਨੂੰ ਤਿਆਰ ਹਾਂ। ਉਹਦੇ ਨਾਂ 'ਤੇ ਟਰਸਟ ਬਣਾ ਲਿਆ ਜਾਵੇ। ਰਾਜੂ ਗੰਭੀਰ ਮੁਦਰਾ ਵਿੱਚ ਬੋਲਿਆ। ਆਹ ਤਾਂ ਬਹੁਤ ਚੰਗੀ ਗੱਲ ਹੋ, ਤੂੰ ਆਪ ਡੈਡੀ ਨਾਲ ਗੱਲ ਕਰ। ਨਾਜਰ ਨੇ ਰਾਏ ਦਿੱਤੀ ਪਰ ਰਾਜੂ ਅਜੇ ਚੁੱਪ ਸੀ। ਸਕਾਟ ਨੇ ਘੜੀ ਵੇਖੀ। ਜੈਕੀ ਦੀ ਕੋਈ ਈਮੇਲ ਨਹੀਂ ਸੀ ਆਈ।